ਕਿਉ ਸਚਿਆਰਾ ਹੋਈ, ਕਿਉ ਸਚਿਆਰਾ ਹੋਈਐ। ਕਿਮ ਕੂੜੈ ਟੁੱਟੈ ਪਾਲ, ਕਿਉ ਕੂੜੈ ਟੁੱਟੈ ਪਾਲ। ਹੁਕਮ ਰਜ਼ਾਈ ਚੱਲਣਾ, ਹੁਕਮ ਨਾਨਕ ਲਿਖਿਆ, ਨਾਨਕ ਲਿਖਿਆ, ਨਾਨਕ ਲਿਖਿਆ ਨਾਮ। ਸਵਾਲ ਪੁੱਛਿਆ ਜਾ ਰਿਹਾ, ਮੈਂ ਸਚਿਆਰਾ ਕਿਵੇਂ ਬਣਾ। ਅੱਜ ਆਪਣੀ ਅਗਲੀ ਪੌੜੀ ਨੂੰ ਸਮਝਣ ਵਾਸਤੇ ਥੋੜ੍ਹਾ ਜਿਹਾ ਪਿਛਲਾ ਰੀਕੈਪ ਰੱਖਦੇ ਹਾਂ। ਮੈਂ ਸਚਿਆਰਾ ਕਿਵੇਂ ਬਣਾ, ਮੇਰੇ ਅੰਦਰ ਕੂੜ ਹੈ, ਔਰ ਜੋ ਮੇਰੀ ਕੂੜ ਹੈ ਇਹ ਹੀ ਤੁਹਾਡੇ ਨਾਲ ਵਿਚਕਾਰ ਹਰਡਲ ਹੈ। ਇਹਦਾ ਮਤਲਬ ਰੱਬ ਜੀ ਸਾਡੇ ਤੋਂ ਵਿਛੜੇ ਨਹੀਂ ਹਨ, ਨੇੜਾ ਹੈ, ਦੂਰ ਨਹੀਂ ਰਹੇ, ਪਰ ਮੈਂ ਉਹਨਾਂ ਨੂੰ ਦੂਰ ਕਰ ਲਿਆ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕਿ ਦੂਰ। ਰੱਬ ਜੀ ਗੋਡ, ਖੁਦਾ, ਵਾਹਿਗੁਰੂ, ਅੱਲਾ, ਰਾਮ ਕਿਸੇ ਤੋਂ ਦੂਰ ਨਹੀਂ ਹੈ। ਜਦੋਂ ਵੀ ਉਹਦੇ ਬਾਰੇ ਅਸੀਂ ਕੁਝ ਕਹਿੰਦੇ, ਮੇਰਾ ਪ੍ਰਭ, ਮੇਰਾ ਰਾਮ, ਮੇਰਾ ਭਗਵਾਨ, ਮੇਰਾ ਪਰਮੇਸ਼ਰ, ਮੇਰਾ ਖੁਦਾ, ਉਹ ਮੇਰੇ ਅੰਦਰ ਹੈ। ਇਸ ਕਰਕੇ ਉਹ ਮੇਰਾ, ਹਰ ਕਿਸੇ ਦਾ ਮੇਰਾ। ਔਰ ਜੋ ਮੇਰੇ ਅੰਦਰ ਹੈ ਉਹ ਘੱਟ ਘੱਟ ਮੈਂ ਹਰਜੂਬਸ ਹੈ ਹਰ ਕਿਸੇ ਦੇ ਅੰਦਰ। ਇਹਦਾ ਮਤਲਬ ਜੋ ਮੇਰਾ ਰੱਬ ਹੈ ਨਾ, ਉਹ ਇਹਦੇ ਅੰਦਰ ਵੀ ਹੈ, ਉਹ ਹੋਰਾਂ ਦੇ ਅੰਦਰ ਵੀ ਹੈ। ਸਭੇ ਘੱਟ ਰਾਮ ਬੋਲ ਹੈ ਸਾਰਿਆਂ ਦੇ ਵਿੱਚ। ਜੇ ਇਹ ਵਾਲੀ ਅੱਖ ਸਮਝ ਆ ਜਾਏ ਦੇਖਣ ਦੀ, ਇਹ ਵਾਲਾ ਇਨਸਾਈਟ ਸਮਝ ਆ ਜਾਏ, ਇਹ ਵਾਲਾ ਵਿਜ਼ਨ ਮਿਲ ਜਾਏ, ਦੋਇ ਦੋਇ ਲੋਚਨ ਪੇਖਾ ਹੋ ਹਰ ਵੀ ਨਵਰ ਨਾ ਦੇਖਾ। ਹੁਣ ਤੱਕ ਮੈਂ ਦੇਖਦਾ ਸੀ ਇਹ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਇਹ ਅਮੀਰ ਹੈ, ਗਰੀਬ ਹੈ, ਛੋਟੀ ਜਾਤ ਦਾ, ਉੱਚੀ ਜਾਤ ਦਾ। ਹੁਣ ਤੱਕ ਮੈਂ ਦੇਖਦਾ ਸੀ। ਹੁਣ ਮੈਨੂੰ ਜੇ ਇਹ ਜਾਤ ਸਮਝ ਆ ਜਾਏ ਕਿ ਤੁਸੀਂ ਕਹਿ ਰਹੇ ਹੋ ਇਹਦੇ ਨਾਲ ਚਾਰੋਂ ਪਾਸੇ ਜਦੋਂ ਦੇਖੀਦਾ ਸਾਰਿਆਂ ਵਿੱਚ ਰੱਬ ਦੇਖੀਦਾ, ਉਹੀ ਜਿਹੜਾ ਤੇਰੇ ਅੰਦਰ ਹੈ, ਤਾਂ ਜੀਵਨ ਚੇਂਜ ਹੋ ਜਾਂਦਾ ਹੈ। ਦੋਇ ਦੋਇ ਲੋਚਨ ਪੇਖਾ ਹੋਂ ਹਰ ਵੀ ਨਵਰ ਨਾ ਦੇਖਾ। ਪਰ ਜੇ ਮੈਂ ਮੰਨਣਾ ਚਾਹਵਾਂ ਤਾਂ, ਜੇ ਮੈਂ ਮੰਨ ਰਿਹਾ ਕਿ ਮੇਰੀ ਆँख ਖਰਾਬ ਹੈ ਡਾਕਟਰ ਸਾਹਿਬ, ਮੇਰੀ ਵਿਜ਼ਨ ਠੀਕ ਨਹੀਂ ਹੈ, ਆਪ ਠੀਕ ਕਰ ਦਿਓ, ਤਾਂ ਮੈਂ ਤਾਂ ਹੀ ਡਾਕਟਰ ਕੋਲ ਜਾਵਾਂਗਾ। ਇਹਦਾ ਮਤਲਬ ਡਾਕਟਰ ਕੋਲ ਜਾ ਕੇ ਮੰਨ ਰਿਹਾ ਵਾਂ, ਮੈਂ ਘਰੋਂ ਟੁਰਿਆ ਹੀ ਇਹ ਸੋਚ ਕੇ ਮੈਂ ਬਿਮਾਰ ਹਾਂ। ਦਿਸ ਇਜ਼ ਵੈਰੀ ਗੁੱਡ ਸਟੇਟ ਆਫ ਮਾਈਂਡ ਕਿ ਮੈਂ ਮੰਨ ਰਿਹਾ ਮੈਂ ਬਿਮਾਰ ਹਾਂ। ਜਦੋਂ ਤੁਸੀਂ ਨਿੱਕੇ ਬੱਚੇ ਨੂੰ ਦੇਖੋ, ਸਰਦੀਆਂ ਵਿੱਚ ਜ਼ੁਕਾਮ ਨਿੱਛਾਂ ਲੱਗੀਆਂ, ਬ੍ਰੌਂਕਾਈਟਿਸ ਤੱਕ ਹੋ ਗਿਆ, ਬਹੁਤ ਬੁਰਾ ਹਾਲ ਹੈ, ਤੁਸੀਂ ਉਹਨੂੰ ਡਾਕਟਰ ਕੋਲ ਲਿਜਾਣਾ ਚਾਹੁੰਦੇ ਹੋ, ਉਹ ਬੱਚਾ ਕਹਿੰਦਾ ਨਹੀਂ, डॉक्टर के पास नहीं जाना। क्यों? बच्चा मान रहा है कि मैं बीमार नहीं हूँ। मैं मन्ना ही ना तो मानो मैं उस बचकाना बिरती वाली हालत विच हाँ कि मैं मन ही नहीं रहा कि मैं बीमार हाँ। जे मैं इस अवस्था विच आ जावां कि मैं बीमार हाँ, ਤਾਂ ਡੈਫੀਨੇਟਲੀ ਮੈਂ ਧਰਮ ਖੰਡ ਦੀ ਅਵਸਥਾ ਵਿੱਚ ਪਹੁੰਚ ਗਿਆ। ਇਹ ਅਸੀਂ ਜਪਜੀ ਸਾਹਿਬ ਵਿੱਚ ਅੱਗੇ ਚੱਲ ਕੇ ਸਮਝਾਂਗੇ। ਸਟੇਟ ਆਫ ਮਾਈਂਡ ਬਣ ਗਈ ਔਰ ਧਰਮ ਖੰਡ ਦੇ ਅੰਦਰ ਐਂਟਰ ਕਰ ਗਏ। ਮੈਂ ਬਿਮਾਰ ਹਾਂ, ਹੁਣ ਬੇਨਤੀ ਕਰਾਂਗਾ ਡਾਕਟਰ ਸਾਹਿਬ ਮੈਂ ਬਿਮਾਰ ਹੂੰ, आप प्लीज़ मेरा इलाज करो। ਉਹਨੂੰ ਕਹਿੰਦੇ ਨੇ ਗਿਆਨ ਖੰਡ ਕਾ ਆਖੋ, आप मुझे बताओ। ਗਿਆਨ ਖੰਡ ਕਾ ਆਖੋ कर्म, ਆਪਣਾ ਫਲਸਫਾ ਸਮਝਾਓ, ਮੈਨੂੰ ਦੱਸੋ ਮੈਂ ਕਿਸ ਤਰ੍ਹਾਂ ਬਿਮਾਰ ਹੋਇਆ ਹਾਂ। ਫਿਰ ਉਹ ਸਾਰੇ ਸਿੰਪਟਮਸ ਦੱਸਣਗੇ। ਇੰਝ ਪਹਿਲੀ ਪੌੜੀ ਵਿੱਚ ਕਿਹਾ, ਪਹਿਲੀ ਪੌੜੀ ਵਾਲੇ ਨੂੰ ਸਮਝਾਇਆ, ਦੂਜੀ ਪੌੜੀ ਵਿੱਚ ਲਿਜਾਣ ਵਾਸਤੇ ਦੂਜੀ ਤੋਂ ਤੀਜੀ, ਤੀਜੀ ਤੋਂ ਚੌਥੀ, ਪੰਜਵੀਂ ਕਰਦਿਆਂ ਕਰਦਿਆਂ ਜਦੋਂ ਸਾਡੀ ਜਪਜੀ ਸਾਹਿਬ ਦੀ
3 ਪੁਸਤਕਾਂ ਆ ਚੁੱਕੀਆਂ ਨੇ। ਪਹਿਲੀ ਸੀ ਰੱਬੀ गुण, एक ओंकार तो गुरप्रसाद ਅਸੀਂ समझा सी। ये भगवान जी की क्वालिटीज़ के गुण हैं, लेकिन इन गुणों को भगवान की वड्याई एप्रिशिएशन करने के लिए नहीं है। जो वड्याई करनी है वो गुण तूने सीखने हैं। यू मस्ट बी दैट बीइंग, ये सिखाया रब्बी गुणा च एक ओंकार तो गुरप्रसाद। ये मन जैसा सेवे तैसो होए तेहे कर्म कमाए। जे ऐसे वाला रब समझदा है तो यह गुण तेरे विच आने चाहिए ने, तू वैसा बन जाएगा। इंसानियत फितरत है कि ये मन जैसा सेवे तैसो होए। जे किसी को माफ़ नहीं करता तो कहेगा रब भी ऐसा है, रब माफ़ नहीं करता। पर जे मान ले रब माफ़ करता और मिठ बोलड़ा है तो फिर मिठ बोलड़ा बन जाएगा और माफ़ करना सीख जाएगा, फॉरगिवनेस आ जाएगी। इस तरह रब्बी गुण। दूजी पुस्तक आई रब्बी रज़ा, आज सच जुगात सच है भी सच, नानक होसी भी सच। तीजी पुस्तक आई जपजी साहब दी सचियारा किवें बनी है। ਉਹਦੇ ਵਿੱਚ ਅਸੀਂ ਇਹ ਸਾਰੀ ਸਾਂਝ ਕੀਤੀ ਕਿ ਇੱਕ ਮਨ ਜਿਹੜਾ ਕਹਿ ਰਿਹਾ ਵੇ ਮੈਂ ਕੁੜਿਆਰ ਹਾਂ, ਕੁੜਿਆਰ ਤੋਂ ਸਚਿਆਰ ਹੋਣਾ ਚਾਹੁੰਦਾ ਹਾਂ। ਇਹ डॉक्टर ਕੋਲ ਗਿਆ, ਹੁਣ डॉक्टर ने समझा रहा है देखो आप कुड़ियार कहाँ कहाँ से हैं, आपको बीमारी कहाँ कहाँ से लगी, वायरस कहाँ कहाँ से आया। एक ਅੱਖਾਂ ਦਾ ਵਾਇਰਲ ਹੁੰਦਾ ਹੈ, ਇੱਕ ਸਾਡੀ ਬੋਡੀ ਨੂੰ ਆਮ ਜਨਰਲ ਵਾਇਰਲ ਦਾ ਬੁਖਾਰ ਚੜ੍ਹ ਜਾਂਦਾ ਹੈ। इस तरह इन्फेक्शन कित्थों कित्थों आया। मेरी ये बॉडी इनू द्वारका नगरी कहते हैं, ये अनेका छिद्र ने, अनेका द्वारे ने, इन्हां चों कित्थों कित्थों आया। 38 पौड़ियां विच मैनू डायग्नोज करा रहे हैं और नाल नाल समझा रहे जा रहे हैं ये वाला अवगुण तेरे में है, देख इस कूड़ को उतार, ये वाला अवगुण है, करते जा रहे हैं, अगली पौड़ियां तक ले जाई जा रहे हैं। और जो मेरी पूरी कूड़ उतर जाएगी कि जो ਇਹ ਕਹਿ ਰਿਹਾ मैं विरला बनना चाहता हाँ, मैं ठीक होना चाहता हाँ। सो ये भी भुलेखा सी लाना है कि करोड़ों पीछे कोई एक विरला होता है, नहीं। जो विरला बनना चाहता है विरला हो जाता है। इसका मतलब हर कोई बन सकता है। क्यों? ये भूपिंदर सिंह की स्टेटमेंट नहीं है कि हर कोई विरला बन सकता है। गुरु साहब की स्टेटमेंट है सब ना सौरे वंजना सब मुकलावन हार। हर कोई रब जी नाल विआह करा सकता है, हर कोई रब जी नाल मुकलावा लैके जा सकता है। विआह तो बड़ियां दा होंदा है, लेकिन मुकलावा लैके पति दे नाल चले ही जाना हर कोई जा सकता है। हर कोई रब जी दे नाल विआया होया है। हुण ते बस रब जी दे घर, रब जी दे देश जाना है। पर जाण वास्ते मेरी कूड़ है, मेरी खोट है, मेरे मंदे मैले कपड़े ने, मेरे मंदे ख्याल ने। मनू नवा बना दिओ। ਜਦੋਂ मैं हुक्म रजाई चलना सीखिया तो उन्होंने कहा तैनू ना हुक्मी होवन आकार, रजा विच रहेगा तेरा नवा आकार बनेगा। यू विल बी क्वालीफाइड टू बी ए ब्राइड ऑफ रब जी। वो जिहड़ा विरला बनन वाला ख्याल है ना, वो हर किसी नूं सीखण वास्ते जपजी साहब विच समझाया कि तू विरला बनना चाहता है। पॉइंट नंबर 1 ते विरला बनन दी तांग ਅਤੇ ਵਿਰਲਾ ਬਣਨ ਵਾਸਤੇ ਰਸਤੇ ਵਿੱਚ ਜਿਤਨੀਆਂ ਰੁਕਾਵਟਾਂ ਨੇ, ਹਰਡਸ ਨੇ, ਕੂੜ ਦੀ ਪਾਲ ਹੈ, ਅਵਗੁਣ ਨੇ, ਵਾਇਰਸ ਨੇ, ਉਹ ਸਾਰੇ ਇਨਫੈਕਸ਼ਨਸ ਕੱਢੇ। ਜਦੋਂ ਪਿਓਰ ਹੋ ਗਿਆ ਅੰਦਰ ਚਲਾ ਗਿਆ। ਅੰਦਰ ਚਲੋ ਚਲਾ ਗਿਆ ਧਰਮਖੰਡ, ਗਿਆਨਖੰਡ, ਸ਼ਰਮਖੰਡ, ਕਰਮਖੰਡ ਕਰਦਾ ਹੋਇਆ ਸੱਚਖੰਡ ਅੰਦਰ ਪਹੁੰਚਿਆ। ਅਤੇ ਅੰਦਰ ਜਦੋਂ ਪਹੁੰਚ ਗਿਆ तो ਉੱਥੇ ਮਹਿਸੂਸ करता है सचखंड वैसे निरंकार, यहाँ पर भगवान जी रहते हैं। अच्छा मेरे अंदर रहते हैं, मैं तो बाहर ढूंढ रहा था, मैं तीरथ पे जाता था। ਹੁਣ गुरु साहब कहते हैं जो ब्रह्मंडे सोई पिंडे। जो भगवान की बाहर बात चल रही वो तेरे अंदर है, जो खोजे सो पावे। ਹੁਣ अंदरों जिहड़ी आवाज़ आती है उसनूं तुर की बाणी कहते हैं। अंदरों जिहड़ी आवाज़ आती है रब जी की आती है, उस आवाज़ नूं गुर की बाणी कहते हैं। वो गुर दे मुख तो निकली हुई, गुरमुख नादंग, गुरमुख वेदंग। गुरमुख दे खखे नूं सिहारी है, गुर दे मुख विचों। गुरबाणी च गुर किनू कहते हैं? गुर परमेश्वर एक को जान। जो भगवान है ना, परमेश्वर है ना, परमेश्वर के मुख से निकली हुई बात को गुरु की बात बोलते हैं और गुरु के मुख से निकली हुई बात को ही परमेश्वर की बात बोलते हैं। इसी को तुर की बाणी बोलते हैं। और ये तेरे रब जी अंदर है, नानक लिखिया नाल। अंदर से जो रब जी की कॉन्शियंस विच जिहड़े रब जी वसदे ने उन्हां दी जिहड़ी आवाज़ आती है ना,
ਉਹਨੂੰ ਸੁਣਨ ਦੀ ਜਾਂਚ, ਇੰਟਰੋਸਪੈਕਸ਼ਨ। ਆਪਣਾ ਗਿਰਵਾਨਵਾ ਸਿਰ ਨੀਵਾਂ ਕਰ ਵੇਖਣ ਦੀ ਜਾਂਚ। ਔਰ ਜਿਉਂ ਹੀ ਨੀਵਾਂ ਕਰਕੇ ਵੇਖਦੇ ਹਾਂ, ਮਨ ਪਤਾ ਲੱਗ ਰਿਹਾ ਇੱਥੇ ਮੇਰੇ ਇਹ ਮੈਲ ਹੈ, ਅੰਦਰ ਝਾਕਣ ਦੀ ਆਦਤ ਬਣ ਰਹੀ ਹੈ। ਜਦੋਂ ਅੰਦਰ ਝਾਕਣ ਦੀ ਆਦਤ ਬਣਦੀ ਹੈ ਤਾਂ ਅਵਗੁਣ ਦੂਰ ਹੋਣਗੇ। ਉਹੀ ਤਾਂ ਕਹਿ ਰਿਹਾ ਮੈਂ ਬਿਮਾਰ ਹੂੰ। ਹੁਣ ਉਸ ਨੂੰ ਹੁਕਮ ਰਜ਼ਾਈ ਚੱਲਣਾ ਸਿਖਾਇਆ ਜਾ ਰਿਹਾ ਅਤੇ ਉਹਨੂੰ ਕਹਿ ਰਹੇ ਨੇ ਜੇ ਤੂੰ ਅੰਦਰੋਂ ਜਿਹੜੀ ਆਵਾਜ਼ ਆਈ ਹੈ ਉਸ ਦੇ ਮੁਤਾਬਕ ਉਹਦੀ ਹੁਕਮ ਭਾਣੇ ਰਜ਼ਾ ਅਨੁਸਾਰ ਜੇ ਜੀਣ ਦੀ ਜਾਚ ਸਿੱਖ ਲਵੇਂ ਤਾਂ ਤੇਰੀ ਕੂੜ ਉਤਰਦੀ ਜਾਏਗੀ, ਤਾਂ ਤੂੰ ਰੱਬ ਜੀ ਨਾਲ ਇਕਮਿਕ ਹੋ ਸਕਦਾ ਹੈ। ਬਾਹਰ ਢੂੰਡਣ ਨਹੀਂ ਜਾਣਾ, ਬਾਹਰ ਲੱਭਣ ਨਹੀਂ ਜਾਣਾ, किसी थां पे नहीं जाना। वहाँ तो जाइए किसी भी जगह धरती पर, किसी भी सोकाड तीर्थ पर, किसी भी सोकाड पहाड़ी पर जाने की ज़रूरत नहीं रहेगी। वहाँ तो जाइए जो यहाँ ना होए। रब जी तो इत्थे ने, होने ने, अज ने। आज मिलावा शेख फरीद, आज मिलावा हो सकता है। कूड़ हटानी है। 38 पौड़ियां में मेरी यात्रा कराई गई है। पहली पौड़ी, दूजी पौड़ी हुक्म समझाया, हुक्म नाल हुक्म दे रज़ा अनुसार चलता तो हुक्मी उत्तम बनता है, रज़ा दे अगेंस्ट चलता तो नीच बन जाता। हुक्मी उत्तम नीच, बाहर हुक्म ना कोई, नानक हुक्म जे बुझे तो होमे कहना कोई, फिर अपनी ईगो छुट जाती है। इस तो बाद पौड़ियां करते हुए असी पहुँचे कि मैं रब जी तुहाडे तीरथ ते नाता, तो मैं तुहाडे ज्ञान रूपी सरोवर दे तीरथ विच नाता। गुर समान तीरथ नहीं कोई विच नाता, सच की संगत के सरोवर विच नाता, तो मैनू मेरी नवी सृष्टि बन गई। जे ती सिर ठुपाई वेखा विण कर्मा के मिले नहीं, मत विच रतन जवाहर माणिक दी तुसीं मैनू दात बख्शी। इस तो बाद साडी जदों नवी सृष्टि सज गई तो मेरी मत विच रतन जवाहर माणिक दिते गए। मैनू जदों मत विच नवे रतन जवाहर माणिक दिते जाते ने तां उल्टी मत दे बदलाए हो जाता है, बुद्ध बदली सिद्ध पाई हो जाता है। मेरी मत उल्टी सी। फर्ज करो रब जी इस पासे ने, रब जी तो चारों पासे ही ने, पर मैं रब जी तो मुनकर हाँ ना, तो मानो मैं रब जी नू निंदा कर रहा। रब जी और मैं मुनकर हाँ, मैं पिठ की हुई है, मैं उल्टे पासे मुँह किया है। मैं जे अपना सोचनी दा ढंग रब जी वाल कर ला, इनू कहते ने नदर पट्ठी जे करे, जे पुट्ठी नज़र की हुई तू अपना नज़रिया पुट्ठा किया है, रब जी वाल कर लवें तो गेम बन जाएगी। ਇਹਦਾ मतलब रब जी किसी वाल नज़र पुट्ठी नहीं करते हैं। आम तौर पर लोग कहते हैं अगर भगवान की मेहर होएगी, अगर रब की नज़र सवली होएगी, रब का नज़र सवली है ही है, ऑलवेज है, गुर प्रसाद है। रब जी ने सृष्टि लोगों को मारन वास्ते, लड़ान वास्ते, बीमार करने वास्ते, बर्बाद करने वास्ते, कुराए पा के शैतानियत के रस्ते से पा के दुखी होने वास्ते नहीं बनाई है। आप सत किया सब सत, तिस प्रभ ते सगली उत्पत्त। रब जी ने सुख देने वास्ते सृष्टि बनाई है, दुख तेरा कारण है। तू विछड़िया होया तो सारी मुसीबत शुरू होती है। जे तू सतगुर दी मत लै लवें, तीरथ नावा जे तिस भावां विण पाणे के नाय करी, जे ती सिर ठुपाई वेखा विण कर्मा के मिलाई। मेरी नवी सृष्टि तुसी साजी जदों मैं तुहाडे तीरथ ते नाता। गुर समान तीरथ नहीं कोई, ट्रुथफुल लिविंग दे सरोवर विच नाता। तब मनु मत विच रतन जवाहर माणिक प्राप्त होए। गुरा एक दे बुझाई, सबना जियां का एक दाता, सो मैं विसर न जाई। जे जुग चारे आरजा होर दसूणी होए। किसी सज्जन ने पूछा आरजा नहीं समझाया। आरजा होंदा आयु, साड़ी जिहड़ी कैलेंडर ईयर्स लिखी जाती है, मेरे पापा जी 1910 विच पैदा हुए और 1995 विच पूरे हुए, तो इंज ए वाली आयु लिखी जाती है। जन्म कब हुआ और डैथ कब हुई, इनू आयु कहते हैं। पर असी पढ़ रहे हैं अकाल मूरत, असी इटरनल गॉड की गल कर रहे हैं। इटरनल गॉड नाल जदों मैं जुड़ांगा तो मैं भी इटरनल हो जाऊँगा। वो वाली आरजा तो कदे खत्म ही नहीं होती। उन्होंने कहते हैं एक बूंद गुर अमृत दीनो ता अटल अमर न मुआ, then we are living forever। वो की है forever? मैं रोज़ पल पल मरदा सी,
ਪਲ ਪਲ ਜੰਮਦਾ ਸੀ, ਆਪਣੇ ਰੋਜ਼ਮਰਰਾ ਦੇ ਜੀਵਨ ਵਿੱਚ ਉਹਨੂੰ ਕਹਿੰਦੇ ਨੇ ਮਨਮੁਖ ਗਰਭ ਜੂਨੀ ਨਿਤ ਪਾਉਂਦਾ ਜੀ, ਉਹ ਰੋਜ਼ ਮਰਦਾ ਸੀ, ਉਸ ਤੋਂ ਛੁੱਟਣਾ ਹੈ। ਆਰਜਾ ਏਕ ਨਿਮਕ ਜੇ ਬਿਸਰੈ ਸੁਆਮੀ ਜਾਨੋ ਕੋਟ ਦਿਨਸ ਲੱਖ ਬਰੀਆ। ਇਹਦਾ ਮਤਲਬ ਰੱਬ ਜੀ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ, ਘੜੀ ਵਾਲੇ ਕੈਲੰਡਰ ਵਾਲੇ ਡੇਟ ਈਰਾ ਈਅਰ ਔਰ ਸਦੀ ਤੋਂ ਬਾਹਰ ਹੋ ਜਾਂਦੇ ਆ ਔਰ ਕਾਲ ਤੋਂ ਆਊਟ ਹੋ ਕੇ ਅਕਾਲ ਦੇ ਦੇਸ਼ ਹੀ ਚਲੇ ਜਾਂਦੇ ਆ, ਉਹਦੀਆਂ ਕੋਈ ਡੇਟਸ ਨਹੀਂ ਹੁੰਦੀਆਂ। ਉਹਦੇ ਵਿੱਚ ਜੇ ਮੈਂ ਤੁਹਾਡੇ ਕੋਲ 1 ਸੈਕਿੰਡ ਲਈ ਵਿਛੜਦਾ ਨਾ, ਏਕ ਨਿਮਕ ਜੇ ਬਿਸਰੈ ਸੁਆਮੀ, ਦਾ ਮੂਮੈਂਟ ਆਈ ਫੋਰਗੇਟ ਯੂ, I try to omit you, I try to keep you absent from my life, ਕਰਤਾ ਹੀ ਆਣਾ ਤਾਂ ਕੀ ਹੁੰਦਾ ਹੈ, ਜਾਨੋ ਕੋਟ ਦਿਨਸ ਲੱਖ ਬਰੀਆ। ਲੱਖ ਬਾਰੇ ਕੋਈ ਜੀ ਸਕਦਾ ਹੈ? ਜਿਹੜਾ ਸਾਡੇ ਈਅਰਸ ਨੇ, ਇਹ ਧਾਰਮਿਕਤਾ ਦੇ ਲਫ਼ਜ਼। ਫਿਰ ਗੁਰੂ ਸਾਹਿਬ ਕਹਿੰਦੇ ਨੇ ਇੱਕ ਘੜੀ ਦਾ ਮਿਲਤੇ ਤਾਂ ਕਲ ਯੁੱਗ ਹੋਤਾ, ਕਲ ਕਲ ਹੋ ਜਾਂਦੀ ਮੇਰੀ, ਅੰਦਰੋਂ ਮੈਂ ਵਿਆਕੁਲ ਹੋ ਜਾਂਦਾ। ਇੱਕ ਜਗ੍ਹਾ ਕਹਿੰਦੇ ਨੇ ਮਨ ਨਾ ਰਹਿ ਕੈਸੇ ਮਿਲੋ ਪਿਆਰੇ, ਦਰਸ਼ਨ ਕੀ ਮਨ ਆਸ ਕਿ ਮੇਰੀ ਕੋਈ। ਉਸ ਸ਼ਬਦ ਵਿੱਚ ਕਹਿੰਦੇ ਨੇ ਇੱਕ ਘੜੀ ਦਿਨਸ ਮੋਕੋ ਬਹੁਤ ਦਿਹਾੜੇ, ਬਹੁਤ ਦਿਹਾੜੇ ਤਾਂ ਅਨਲਿਮਿਟਿਡ ਹੁੰਦਾ ਹੈ, ਮੈਨੀ 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 ਈਅਰਸ ਹੁੰਦਾ ਹੈ। ਚਾਰ ਪਹਿਰ ਚੋ ਜੁਗੇ ਸਮਾਨੇ, माई गुडनेस, असी तो सुन रहे सी युग होते हैं, एक सतयुग था इतने सालों का, फिर एक द्वापर था इतने सालों का, फिर एक त्रेता था इतने सालों का, अब आजकल 2.5 लाख के 2.5 करोड़ साल का कल युग है। साध संगत मैं वो युगां की गल नहीं कर रहा। चार पैर चो जुगे समाने का मतलब जदों मैं तुहाडे तो टुटदा हाँ, मेरे वास्ते जो दुनिया चार युग समझती सी उस तो भी ज़्यादा तुहाडे नाल खप्पा दूरी गैप बन जाता है। यह मेरे वास्ते दुख का कारण बन जाता है। इस करके असी कल समझा सी जे युग चारे आरजा, चारे का मतलब 4 नहीं होता, चार का मतलब असी समझ चुके हुए हाँ, चंगे गुण आचार, चज आचार, सुंदर गुणा का संखेप ही उन्होंने चार कहते हैं गुरबाणी च। आचार, चज आचार, चार। जे युग चारे युग होंदा मेरे सोचनी दा ढंग, जे युग चारे आरजा, जे मैं तुहाडी मत लै लवां हुक्म रजाई चलना तां फायदा की होंदा है, चंगे गुणां दा आचार बन जाता है हमेशा वास्ते। आरजा अनलिमिटेड टाइम वास्ते, इनफिनिट अकाल विच चले गए। उन्होंने असीं पहले दिन पढ़िया भी सी, मैं न मरूं मरबो संसार, मैं न मरूं मरबो संसारा। अब मोहे मिल्यो है जियावन हार, अब मोहे मिल्यो है जियावन हार, मैं न मरूं मरबो संसारा, मैं न मरूं मरबो संसारा। कबीर साहब, गुरु ग्रंथ साहब विच बाणी दर्ज है, कबीर साहब झूठ बोलते नहीं, पर जिस मरण नूं असीं समझदे सी शरीरक, उस पक्षों देखिए तो की कबीर साहब झूठ बोल रहे हैं? हो ही नहीं सकता। कबीर साहब आत्मक अवस्था की गल कर रहे, मैनू जियावन हारा मिल चुका होया है, जिदी मत लैके साध संगत मिल मूआ जी जाए, मेरा मरिया होया मन, टहंदियां कला वाला मन जिंदा हो जाता है, और जिंदा हो जाए एक बूंद गुरु अमृत दिनों ता अटल अमर ना हुआ, हुन नहीं मरदा।
ਇਸ ਅਵਸਥਾ ਦੀ ਗੱਲ ਕੀਤੀ ਗਈ ਅਤੇ ਇਸ ਅਵਸਥਾ ਵਿੱਚ ਕਹਿੰਦੇ ਨੇ ਉਹ ਮੱਤ ਹੋਰ ਦਸੂਣੀ ਹੋ ਜਾਂਦੀ ਹੈ, ਹੋਰ ਵੱਧ ਜਾਂਦੀ ਹੈ। ਚੰਗਾ ਨਾਉ ਰਖਾਇਕ ਹੈ, ਸਭ ਤੋਂ ਵੱਡਾ ਸਤਿਗੁਰ ਹੈ, ਵੱਡੇ ਦਾ ਨਾਉ ਚੰਗਾ ਹੁੰਦਾ ਹੈ। ਚੰਗਾ ਨਾਉ ਰਖਾਇਕ ਹੈ, ਮੈਂ ਮੱਤ ਵਿੱਚ ਚੰਗੇ ਦੀ ਮੱਤ ਰੱਖੀ ਲਈ ਇਖਤਿਆਰ ਕੀਤੀ, ਅਡਾਪਟ ਕੀਤੀ, ਤਾਂ ਫਾਇਦਾ ਕੀ ਹੁੰਦਾ ਹੈ? ਮੇਰਾ ਸਾਰਾ ਸਰੀਰ ਰੱਬੀ ਗੁਣਾਂ ਦੀ ਉਸਤਤ ਕਰਨ ਵਾਲਾ ਬਣ ਜਾਂਦਾ ਹੈ। then I become being of godly qualities, godly deeds। ਚੰਗਾ ਨਾਮ ਰੱਖਾ ਹੈ ਕਿ ਜਸ ਕੀਰਤ ਜਗ ਲੇ। ਜਗ मीन्स मैं बाहरले कोई अर्थ नहीं कर रहा। अगर कोई इंसान हो अपना नाम रखा ले, सारी दुनिया में उसका नाम हो, फिर उसके पीछे बड़ी दुनिया चलती हो, मैं वो वाले अर्थां नहीं समझ रहा। गल अंदर दी चल रही है, मेरी चल रही है। चंगा नाम रखा है कि जस कीरत जग ले, जे तिस नज़र ना आवे। विरला बनन वाले मन नूं जिहड़ा कूड़ तो छुटना चाहता उन्होंने समझ आ रही है, जे मैं रब जी की नज़र के अकॉर्डिंग नहीं होवांगा, उल्टा होवांगा, तां फिर मेरी मत सच की गल पुछेगी नहीं। अपने प्रीतम शो पति प्रभु कोलों पुछेगी नहीं तुहाडी रज़ा की है। पहली पौड़ी क्या ही मैनू असी कूड़ उतारन वास्ते हुक्म रज़ा ही चलना, मैनू रज़ा अनुसार चलना है, पर मेरी मत पूछ ही नहीं रही। साध संगत जी, कल एग्जाम्पल असी सांझ की सी, पत्नी जे पति नूं पुछे ही ना तुहाडे वास्ते की बनावां, ओहदी बात पुछदी नहीं। पर साध संगत जी इसका स्विच किया सी, मेरी मत रब जी कोलों नहीं पुछदी हाउ यू वॉन्ट मी टू लिव। दैट इज़ द पार्ट ऑफ स्पिरिचुअलिटी। वी लिव अकॉर्डिंग टू मेरे मन की मत। जदों इस कोई गलत काम कर दिया, कहता मेरा मन चाहता है, मेरा मन कहता अमृत नहीं छकना, मेरा मन कहता शराब नहीं छोड़नी, मेरा मन कहता गुरुद्वारे नहीं जाना, मेरा मन कहता झूठ बोल लवो, मेरा मन कहता रिश्वत लै लो, मेरा मन गलत काम करांदा है। ਇਹਦਾ ਮਤਲਬ ਜਦੋਂ ਅਸੀਂ ਗੋਡਲੀ ਕੁਆਲਿਟੀਜ਼ ਨਾਲ ਜੀਣਾ ਤਾਂ ਮੈਨੂੰ ਗੋਡ ਦੀ ਗੱਲ ਸੁਣਨੀ ਪਏਗੀ। ਉਹ ਅੰਦਰ ਮੇਰੇ ਕਹਿੰਦਾ ਹੈ, ਉਹਦੀ ਮੱਤ ਮੈਂ ਸੁਣਦੀ ਨਹੀਂ, ਮੈਂ ਸੁਣਦਾ ਨਹੀਂ, ਦੁਨੀਆ ਦਾ ਕੋਈ ਵੀ ਬੀਇੰਗ ਸੁਣਦਾ ਨਹੀਂ। ਤਾਂ ਇਤਨੀ ਗੱਲ ਅਸੀਂ ਸਾਂਝ ਕੀਤੀ ਸੀ, ਜਿਵੇਂ ਦੁਨਿਆਵੀ ਇਸਤਰੀ ਪਤੀ ਦੀ ਗੱਲ ਨਾ ਸੁਣੇ, ਪਰ ਸ਼ਬਦ ਤੇ ਸਾਰਿਆਂ ਤੇ ਟੁਕਦਾ ਹੈ। ਇਹਦਾ ਮਤਲਬ ਇਹ ਹੋ ਗਿਆ, ਅਸੀਂ ਦੁਨਿਆਵੀ ਤੌਰ 'ਤੇ ਆਪਣੇ ਪਤੀ ਪਤਨੀ ਧੀਆਂ ਪੁੱਤਰ ਵੋਟੀ ਬੱਚੇ ਸਾਰਿਆਂ ਨੂੰ ਸੈਟਿਸਫਾਈ ਕਰਦੇ ਰਹਿੰਦੇ ਹਾਂ। ਤੁਸੀਂ ਕੀ ਖਾਣਾ, ਅੱਛਾ ਤੁਸੀਂ ਕੀ ਖਾਣਾ, ਅੱਛਾ ਤੁਸੀਂ ਕੀ ਖਾਣਾ, ਉਹਨਾਂ ਸਾਰਿਆਂ ਨੂੰ ਤਾਂ ਸੈਟਿਸਫਾਈ ਕਰਦੇ ਰਹਿੰਦੇ। ਕਦੇ ਆਪਣੇ ਘਰ ਦਾ ਕਾਜ ਨਹੀਂ ਸਵਾਰਿਆ, ਅੰਦਰ ਦੇ ਰੱਬ ਜੀ ਨੂੰ ਵੀ ਪੁੱਛਾਂ ਤੁਸੀਂ ਕੀ ਕਹਿੰਦੇ ਹੋ, ਤੁਹਾਡੇ ਅੱਗੇ ਮੈਂ ਕੀ ਅਰਪਣ ਕਰਾਂ, ਕਿਆ ਪੂਜ ਚੜਾਵਾਂ। ਬਾਹਰ ਲਈ ਸੈਟਿਸਫਾਈ ਕਰਦੇ ਰਹਾਂਗੇ ਸਾਰੀ ਉਮਰ। ਸਾਧ ਸੰਗਤ, ਜੇ ਇਹਨਾਂ ਪੈਟੀ ਥਿੰਕਸ ਤੱਕ ਹੀ ਅਸੀਂ ਰਹੇ ਨਾ, ਤਾਂ ਆਪਣੀ ਆਤਮਕ ਉਡਾਰੀ, ਆਪਣਾ ਆਤਮਕ ਜੀਵਨ ਵਾਲਾ ਸਾਡਾ ਜਿਹੜਾ ਉਹ ਹੈ ਨਾ, ਉਹ ਸਟੈਗਨੈਂਟ ਹੋ ਜਾਏਗਾ, ਉਹ ਰੁਕ ਜਾਏਗਾ। ਇਹ ਸਭ ਕੁਝ ਕਰਦੇ ਹੋਏ ਹੱਸਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚ ਹੀ ਹੋਵੇ ਮੁਕਤ ਵਾਲਾ ਜੀਵਨ ਸਿੱਖਣਾ ਵੀ ਇਹਨਾਂ ਸਾਰਿਆਂ ਨੂੰ ਤਾਂ ਪੁੱਛਣਾ ਹੈ ਹੀ ਹੈ। ਚਲੋ, ਪਰ ਸਾਰੀ ਉਮਰ ਬਿਤਾ ਦਿਆਂ, 10 20 40 50 60 70 80 90 100 ਸਾਲ ਬਿਤਾ ਦੇ ਜੀ ਪੁੱਛ ਕੇ। ਇੱਕ ਦਿਨ ਚਾਹ ਨਾ ਬਣਾਓ ਤੇ ਰੁੱਸ ਜਾਂਦੇ ਹੋ, ਇੱਕ ਦਿਨ ਰੋਟੀ ਨਾ ਪਕਾਓ ਤੇ ਰੁੱਸ ਜਾਂਦੇ ਹੋ। ਕਦੇ ਬੱਚੇ ਰੁੱਸ ਜਾਂਦੇ ਨੇ, ਕਦੀ ਮਾਂ ਰੁੱਸ ਜਾਂਦੀ ਹੈ, ਕਦੇ ਦਾਦੀ ਰੁੱਸ ਜਾਂਦੀ ਹੈ, ਕਦੇ ਕੋਈ ਰੁੱਸ ਜਾਂਦਾ, ਕਦੇ ਕੋਈ ਰੁੱਸ ਜਾਂਦਾ ਹੈ। ਕਈਆਂ ਦਾ ਪਤੀ ਲਿਆ ਕੇ ਆਉਂਦਾ, ਫਿਰ ਵੀ ਵੋਟੀਆਂ ਰੁੱਸ ਜਾਂਦੀਆਂ ਨੇ। ਮੈਂ ਦੁਨਿਆਵੀ ਐਗਜ਼ਾਮਪਲ ਇਸ ਕਰਕੇ ਦਿੱਤੀ ਹੈ ਕਿ ਅਸੀਂ ਇਸ ਲੈਵਲ ਤੱਕ ਕਦੋਂ ਤੱਕ ਰਵਾਂਗੇ। ਸਾਨੂੰ ਕਿਹਾ ਸੀ जंगल में मत जाया करो, गृहस्थी जीवन जिया करो, पर ये नहीं कहा था कि गृहस्थी जीवन में उक्का ही गर की हो जाया करो। असी उक्का ही ਉਹਦੇ 'ਚ ਖਚਤੀ ਹੋ ਕੇ ਗਰ ਕੀ ਹੋ ਗਏ ਹਾਂ ਕਿ ਅਸੀਂ ਗ੍ਰਸਥੀ ਵਿੱਚ ਉਦਾਸੀ ਪ੍ਰਵਾਨ ਸਿੱਖ, ਗ੍ਰਸਥ ਮੈਂ ਉਦਾਸੀ ਜੀਵਨ ਸਿੱਖ। ਉਹਦੇ ਵਾਸਤੇ ਮੈਨੂੰ ਅੰਦਰ ਦੇ ਰੱਬ ਜੀ ਦੀ ਗੱਲ ਸੁਣਨੀ ਹੈ। ਵਿਰਲਾ ਬਣਨ ਵਾਲੇ ਮਨ ਨੂੰ ਜਿਹਦੀ ਤਾਂਘ ਹੈ, ਮੈਂ ਰੱਬ ਜੀ ਨੂੰ ਮਿਲਣਾ ਚਾਹੁੰਦਾ ਹੈ, ਉਹਨੂੰ ਇਹ ਗੱਲ ਸਮਝ ਆ ਰਹੀ ਹੈ, ਜੇ ਤਿਸ ਨਜ਼ਰ ਨਾ ਆਵਈ, ਤਿਸ ਦੇ ਸੱਸੇ ਨੂੰ ਔਂਕੜ ਹੈ। ਜੇ ਮੇਰੀ ਮੱਤ ਰੱਬ ਜੀ ਦੀ ਨਜ਼ਰ ਦੇ ਮੁਤਾਬਕ ਨਹੀਂ ਹੁੰਦੀ ਔਰ ਉਲਟੀ ਹੁੰਦੀ ਹੈ, ਤਾਂ ਮੇਰੀ ਮੱਤ ਰੱਬ ਜੀ ਦੀ ਬਾਤ ਪੁੱਛਦੀ ਨਹੀਂ। ਤਾਂ ਬਾਤ ਨਾ ਪੁੱਛੇ ਕਿ ਉਲਟਾ ਮੈਨੂੰ ਕੀਟਾਂ ਵਾਲਾ, ਕੀਟਾਂ ਅੰਦਰ ਕੀਟ ਦਾ ਮਤਲਬ ਹੁੰਦਾ ਹੈ ਨੀਵੇਂ ਤੋਂ ਨੀਵਾਂ, ਹੋਰ ਮੰਦੇ ਤੋਂ ਨੀਵੀਂ ਜੀਵਨੀ ਵਾਲਾ ਕਿਰਦਾਰ ਬਣਾ ਦਿੰਦਾ ਹੈ। ਕੀਟਾਂ ਅੰਦਰ ਕੀਟ ਕਰ ਦੋਸ਼ੀ, ਮੈਨੂੰ ਦੋਸ਼ੀ ਬਣਾ ਦਿੰਦਾ ਹੈ। ਉਹਨੂੰ ਗੁਰਮਤਿ ਵਿੱਚ ਕਹਿੰਦੇ ਬਿਨ ਸਿਮਰਨ ਤ੍ਰਿਗ ਕਰਮ ਕਰਾਸ, ਕਾਗ ਬਤਨ ਵਿਸ਼ਟਾ ਮੈਂ ਵਾਸ। ਵਿਸ਼ਟਾ ਕੇ ਕੀੜੇ ਵਾਲਾ ਜੀਵਨ ਹੋ ਜਾਂਦਾ ਹੈ।
ਜਦੋਂ ਮੈਂ ਵਿਸ਼ਟਾ ਕੇ ਕੀੜੇ ਨੂੰ ਵੀ ਐਕਸੈਪਟ ਕਰ ਲਾਂ ਨਾ ਕਿ ਮੇਰਾ ਵਿਸ਼ਟਾ ਕੇ ਕੀੜੇ ਵਾਲਾ ਕੀਟਾਂ ਅੰਦਰ ਕੀਟ ਵਾਲਾ ਜੀਵਨ ਹੈ, ਤਾਂ ਮੈਂ ਦੋਸ਼ ਮੰਨ ਲਿਆ ਨਾ। ਪਰ ਮੈਂ ਆਪਣਾ ਦੋਸ਼ ਮੰਨਦਾ ਹੀ ਨਹੀਂ, ਆਪੇ ਦੋਸ਼ ਨਾ ਦੇਈ ਕਰਤਾ। ਮੈਂ ਆਪਣਾ ਦੋਸ਼ ਨਹੀਂ ਮੰਨਦਾ, ਪਰ ਸਹੀ ਮੈਨੇ ਮੈਂ ਦੋਸ਼ੀ ਆਪਣੇ ਆਪ ਨੂੰ ਆਪ ਠਹਿਰਾਇਆ, ਕਿਉਂਕਿ ਮੈਂ ਪਰ ਜੇ ਮੈਂ ਮੰਨ ਲਾਂ ਕਿ ਮੈਂ ਕੀੜੇ ਵਾਲੇ ਜੀਵਨ ਵਿੱਚ ਹੀ ਹਾਂ, ਵਿਸ਼ਟਾ ਦਾ ਵਾਸ ਹੈ ਮੇਰਾ ਜੀਵਨ, ਜੋ ਦੁਨਿਆਵੀ ਤੌਰ 'ਤੇ ਚਿੱਕੜ ਵਿੱਚ ਗੰਦਗੀ ਵਿੱਚ ਕੀੜੇ ਰਹਿੰਦੇ ਨੇ, ਉਹਨਾਂ ਕੀੜਿਆਂ ਦੀ ਗੱਲ ਨਹੀਂ ਚੱਲ ਰਹੀ ਹੈ, ਮੇਰੇ ਜੀਵਨ ਦਾ ਉਹਦੇ ਨਾਲ ਕੰਪੈਰੀਜ਼ਨ ਕੀਤਾ ਜਾ ਰਿਹਾ ਹੈ। ਕੀਟ ਹੈ ਨਾ, ਤਾਂ ਤੂੰ ਆ ਕੇ ਇੱਥੇ ਕਹਿ ਦੇ ਹਮ ਕੀੜੇ ਕਿਰਨ ਸਤਿਗੁਰ ਸ਼ਰਣਾਈ। ਸੋ ਇਸ ਦੇ ਬਾਰੇ ਅਸੀਂ ਸਾਂਝ ਕੀਤੀ ਸੀ ਕਿ ਦੋਸ਼ੀ ਮੈਂ ਆਪਣੇ ਆਪ ਨੂੰ ਠਹਿਰਾਉਂਦਾ ਹਾਂ, ਕੋਈ ਮੈਨੂੰ ਦੋਸ਼ੀ ਠਹਿਰਾਏ ਨਾ ਠਹਿਰਾਏ। ਜੇ ਮੈਂ ਜੀਵਨ ਬਦਲ ਲਾਂ ਤਾਂ ਫਾਈਨ, ਜੇ ਮੈਂ ਨਾ ਬਦਲਾਂ ਤਾਂ ਮੈਂ ਦੋਸ਼ੀ ਹਾਂ। ਕੀਟਾਂ ਅੰਦਰ ਕੀਟ ਕਰ ਦੋਸ਼ੀ, ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ। ਵਿਰਲਾ ਮਨ ਨੂੰ ਸਮਝ ਆ ਰਹੀ ਹੈ, ਜਿਹਦੇ ਕੋਲ ਕੋਈ ਵੀ ਗੁਣ ਨਾ ਹੋਵੇ ਨਾ, ਸੜਿਆ ਗਲਿਆ ਲੋਹਾ ਹੋਵੇ ਨਾ, ਜਦੋਂ ਲੋਹਾ ਸੜ ਕੇ ਗਲ ਕੇ ਬਿਲਕੁਲ ਜਿਸ ਤਰ੍ਹਾਂ ਚੋਕਲੇਟ ਪਿਘਲੀ ਹੁੰਦੀ ਹੈ ਨਾ, ਇਸ ਤਰ੍ਹਾਂ ਫਲੋਰ ਨਾਲ ਜਦੋਂ ਚਿਪਕ ਜਾਏ ਨਾ, ਗੰਦਾ ਬਿਲਕੁਲ ਲੋਹਾ, ਉਹਨੂੰ ਮਨੂਰ ਕਹਿੰਦੇ ਨੇ। ਭਇਆ ਮਨੂਰ, ਤੂੰ ਇੰਨਾ ਗਲ ਗਿਆ, ਸੜ ਗਿਆ ਬਿਲਕੁਲ ਹੀ। ਭਇਆ ਮਨੂਰ ਕੰਚਨ ਫਿਰ ਹੋਵੇ, ਤੂੰ ਸੋਨਾ ਬਲ ਸਕਤਾ ਹੈ। ਹੋਪਲੈਸਨੈਸ ਨਹੀਂ ਹੈ, ਸਟਿਲ ਚਾਂਸਿਸ ਆਰ देयर दैट ਕਿ ਤੂੰ ਬਣ ਸਕਦਾ ਹੈ। ਭਇਆ ਮਨੂਰ ਕੰਚਨ ਫਿਰ ਹੋਵੇ। ਇਹਨੂੰ ਸਮਝ ਆ ਰਹੀ ਹੈ। ਨਾਨਕ ਨਿਰਗੁਣ ਗੁਣ ਕਰੇ, ਜਿਨਕੇ ਪਾਸ ਗੁਣ ਨਹੀਂ ਹੈ ਉਹਨਾਂ ਨੂੰ ਗੁਣ ਦੇ ਦਿੰਦੇ ਨੇ, ਅਤੇ ਜਿਹਨਾਂ ਕੋਲ ਗੁਣ ਨੇ, ਗੁਣਵੰਤਿਆਂ ਗੁਣ ਦੇ, ਉਹਨਾਂ ਨੂੰ ਹੋਰ ਗੁਣ ਦੇ ਦਿੰਦੇ ਨੇ। ਇਹ ਜਿਹੜੇ ਗੁਣ ਕੋਈ ਰੱਬੀ ਗੁਣ ਲੈਣਾ ਚਾਹੇ ਨਾ, ਉਹਨਾਂ ਦੇ ਗੁਣ ਤੇ ਵੱਧਦੇ ਹਨ, ਪਰ ਜਿਹੜਾ ਰੁਕ ਜਾਏ ਉਹਦੀ ਹਉਮੈ ਅੱਗੇ ਆ ਜਾਂਦੀ ਹੈ, ਗੁਣ ਸਟੈਗਨੈਂਟ ਹੋ ਗਏ। ਇੱਕ ਬੰਦਾ ਕਹਿ ਰਿਹਾ ਸੀ, ਮੈਂ ਗੁੱਸੇ ਨਾਲ ਆਪਣੀ ਪਤਨੀ ਨੂੰ ਗਾਲਾਂ ਕੱਢ ਦਿੱਤਾ, ਕੀ ਹੋਇਆ? ਉਹਨੂੰ ਇਹਨਾਂ ਤੇ ਮੰਨਣਾ ਚਾਹੀਦਾ ਆਖਿਰਕਾਰ ਮੈਂ ਸ਼ਰਾਬ ਨਹੀਂ ਪੀਂਦਾ। ਉਹ ਸ਼ਰਾਬ ਨਹੀਂ ਪੀਂਦਾ ਤੇ ਰਾਈਟ ਮਿਲ ਗਿਆ ਕਿ ਗਾਲਾਂ ਕੱਢ ਸਕਦੇ ਹੋ। ਇੱਕ ਚੰਗਾ ਭਲਾ ਗੁਣ ਹੈ, ਜੇ ਇੱਕ ਚੰਗੀ ਕਰੇ ਦੂਜੀ ਪੀਵੇ ਰਾਸ, ਕੀ ਇਹ ਕੀ ਤੂੰ ਕੁਝ ਸਮਝ ਰਿਹਾ? ਕੋਈ ਕਹਿੰਦਾ ਮੈਂ ਇਮਾਨਦਾਰ ਬੜਾ ਹਾਂ ਜੀ, ਮੈਂ ਡੋਮੀਨੇਟ ਕਰ ਲਿਆ। ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ। ਜਿਹੜਾ ਗੁਣ ਤੇਰੇ ਪੱਲੇ ਹੈ, ਇਸ ਨੂੰ ਤੇ ਰੈਲਿਸ਼ ਕਰਕੇ ਜੀ, ਪਰ ਇਹਦੇ ਇਫਜ਼ਾਨੇ ਵਿੱਚ ਆਪਣੇ ਅਵਗੁਣ ਨੂੰ ਛੁਪਾ ਨਹੀਂ, ਜਸਟੀਫਾਈ ਨਾ ਕਰ। ਆਪਣੇ ਅਵਗੁਣ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ, ਪਰ ਜਿਹੜਾ ਠੀਕ ਕਰਦਾ ਨਾ ਉਹਦੇ ਵੱਧਦੇ ਨੇ। ਹੋਰ ਦਸੂਣੀ ਹੋਏ ਸਟਾਰਟ ਵਿੱਚ ਕਿਹਾ ਹੈ, ਇਟ ਮਲਟੀਪਲਾਈਜ਼, ਚੜ੍ਹੈ ਚਵਗਣ ਵਨ, ਵੱਧਦੇ ਨੇ। ਇਹਨਾਂ ਵਿਰਲਾ ਬਣਨ ਵਾਲੇ ਮਨ ਨੂੰ ਜਿਹੜਾ ਕੂੜ ਤੋਂ ਛੁੱਟਣਾ ਚਾਹੁੰਦਾ ਨਾ, ਜਿਹਨੇ ਪਹਿਲਾ ਸਵਾਲ ਪੁੱਛਿਆ ਸੀ, ਕਿਉਂ ਸਚਿਆਰਾ ਹੋਈ ਹੈ, ਕਿਉਂ ਕੂੜਾ ਟੁੱਟੇ ਪਾਲ, ਮੈਂ ਮੰਨ ਰਿਹਾ। ਉਹਨੂੰ ਸਮਝਾਇਆ ਜਾ ਰਿਹਾ, ਉਹਨੂੰ ਸਮਝ ਆ ਰਹੀ ਹੈ ਕਿ ਰੱਬ ਜੀ ਗੁਣਵੰਤਿਆਂ ਨੂੰ ਗੁਣ ਦਿੰਦੇ ਨੇ। ਜੇ ਤੂੰ ਗੁਣਾਂ ਨੂੰ ਲੈ ਲੈ ਕੇ ਰੁਕੇ ਨਾ, ਹੋਰ ਅੱਗੇ ਵਧੇ, ਤਾਂ ਤੇਰੇ ਹੋਰ ਗੁਣ ਰੱਬ ਜੀ ਦੇਣਗੇ ਤੈਨੂੰ। ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੁਝਈ। ਵਿਰਲਾ ਮਨ ਨੂੰ ਸਮਝ ਆ ਗਈ, ਤੇਹਾ ਕੋਈ ਨਾ ਸੁਝਈ। ਐਸਾ ਦੁਨੀਆ ਦੇ ਅੰਦਰ ਕੋਈ ਨਹੀਂ ਸੁਝਦਾ, ਐਸੀ ਕੋਈ ਥਾਂ ਹੀ ਨਹੀਂ ਹੈ। ਮੈਂ ਚਾਰੇ ਕੁੰਡਾ ਭਾਲੀਆਂ, ਤੁਝੇ ਵਡਨਾ ਸਾਈਆਂ। ਸਮਝ ਆ ਰਹੀ ਹੈ, ਧਰ ਜਿਹੜੇ ਇੱਕ टेक तू लाए बिडानी आस। और दुनिया में तेरे को ये मत कहीं से नहीं मिलेगी कि मन की मैल कूड़ कैसे उतारी जाती है। तेहा कोई न सुझई जे तिस। ए तिस कौन है? मेरा मन। गुण कोई करे, इसको कोई गुण देवे, ऐसा कोई नहीं सुझदा, ऐसा कोई है नहीं है। इसी करके तब मैं हूँ आया दूरों चल के, मैं तकी तो शरनाई जी तेरे कोल आया। ਹੁਣ ਇਹ ਸਾਰੀ ਗੱਲ ਤੋਂ ਅਸੀਂ ਇਹ ਸਮਝੇ ਰਹੇ ਹਾਂ ਕਿ ਇਹ ਸਾਰੀਆਂ ਗੱਲਾਂ ਵਾਰੀ ਸਿਰ ਹਰ ਪੌੜੀ ਵਿੱਚ ਉਸ ਨੂੰ ਸਮਝ ਆ ਰਹੀਆਂ ਜਿਹਨੇ ਪਹਿਲੀ ਪੌੜੀ 'ਚ ਕੂੜ ਹਟਾਉਣ ਵਾਸਤੇ ਕਿਹਾ ਸੀ। ਉਹਦਾ ਨਾਂ ਸਾਡੀ ਪੁਸਤਕ ਵਿੱਚ ਅਸੀਂ ਨਾਂ ਰੱਖਿਆ ਵਿਰਲਾ ਮਨ ਕੋਏ। ਵਿਰਲਾ ਬਣਨ ਦੀ ਇੱਛਾ ਵਾਲਾ ਮਨ। ਜਿਸ ਵੇਲੇ ਉਹ ਕਹਿ ਰਿਹਾ ਮੈਂ ਵਿਰਲਾ ਬਣਨਾ ਚਾਹੁੰਦਾ, ਉਸ ਵੇਲੇ ਬਿਮਾਰ ਹੈ ਨਾ, ਡਾਕਟਰ ਕੋਲ ਆਇਆ, ਅਵਗੁਣ ਮੰਨ ਰਿਹਾ। ਪਰ ਇਹ ਜਦੋਂ ਪੂਰੀ ਕੂੜ ਉਤਰ ਜਾਏਗੀ ਤਾਂ ਵਿਰਲਾ ਬਣ ਜਾਏਗਾ, ਬਣ ਜਾਂਦਾ ਹੈ, ਬਣ ਹੀ ਜਾਏਗਾ। ਨਾਨਕ ਹੋਸੀ ਵੀ ਸੱਚ। ਸੱਚ ਨਾਲ ਜੁੜ ਜਾ,
तेरा भी जीवन आज सच बन जा सकता है। जुगात सच है भी सच, नानक होसी भी सच, तू भी सच हो सकना है। ਉਹਦਾ ਨਾਂ ਸੀ ਵਿਰਲਾ ਮਨ ਕੋਈ ਰੱਖਿਆ ਪੁਸਤਕ ਵਿੱਚ। ਉਹਨੂੰ ਜਪਜੀ ਦੀ ਅੱਗੇ ਮੰਨੇ ਦੀ ਪੌੜੀਆਂ ਆਉਣਗੀਆਂ। ਮੰਨੇ ਦੀ ਪੌੜੀ ਦੇ ਅਖੀਰ ਤੇ ਆਂਦਾ ਜੇ ਕੋ उच्चारण जे को मन जाना है मन कोई नहीं करेंगे। जे को अगर कोई हुसोएवर जब कभी भी जे को मन जाने एक्सेप्ट कर लवे दिलों, मन कोई बन जाता है। मन कोई होंदा है विरला, एक्सक्लूसिव हो जाता है, हर कोई बन सकता है विरला। ਉਹਨੂੰ ਜਦੋਂ ਇਹ ਗੱਲ ਸਮਝ ਆਉਂਦੀ ਹੈ ਨਾ, ਉਹ ਆਪਣੇ ਕੀਟ ਵਾਲੇ ਦੋਸ਼ੀ ਵਾਲੇ ਜੀਵਨ ਤੋਂ ਹੁਣ ਛੁੱਟਣਾ ਚਾਹੁੰਦਾ ਹੈ। ਉਹ ਰੱਬ ਜੀ ਦੀ ਮੱਤ ਲੈਣ ਆਇਆ, ਆ ਕੇ ਕਹਿ ਰਿਹਾ ਦਇਆ ਕਰੋ ਕਿਰਮ ਆਪਣੇ ਕੋ, ਮੈਂ ਕੀਟ ਹਾਂ। एक्सेप्ट कर रहा है। यह है मनोरथ स्वाव। मैं इसी स्वार्थ के लिए आया था और यही मेरा मनोरथ था। ਜਿਹੜਾ मनोरथ ਤੁਸੀਂ पेश करो किसी शाह अगे और ਤੁਹਾਡੀ ਉਹ ਜ਼ਰੂਰਤ, ਤੁਹਾਡੀ ਲੋੜ ਉਸ मनोरथ ਵਾਸਤੇ ਪੂਰੀ ਕਰ ਦੇਵੇ। ਪੂਰੀ ਕਰਨ ਤੋਂ ਬਾਅਦ 38 ਪੌੜੀ ਤੇ ਜਿਹੜਾ ਸਵਾਦ ਆਉਂਦਾ ਹੈ ਨਾ मनोरथ पूरा होने के बाद, ਉਹਨੂੰ ਕਹਿੰਦੇ ਨਾਨਕ ਨਦਰੀ ਨਦਰ ਨਿਹਾਲ। मैं निहाल हो गया सर, शुक्रिया, सारी कूड़ उतार दी आपने, बड़ी मेहरबानी। नानक नदरी, मैं नदर दे मंगन आया सी, नदर तुसी दित्ती, तुहाडी नदर दे नाल नदरी। नानक नदरी नदर निहाल। असी इस तो अगे अज सांझ शुरू करांगे। सुने सिद्ध पीर सुरनाथ, सुने सिद्ध सुने तरत तबल आकाश, सुने सुने दीपियो पताल, पताल सुने पो न सके काल, नानक भगता सदा विगास, सुने दूर पाप का नाश, सुने दूर पाप का नाश। कितनी सिंपल गल पेश हो रही है आपे ही। सुनेगा तो तेरा दुख पाप नाश हो जाएगा। अच्छा मैं सुनता ही नहीं सी, ये तो मैनू पिछली पौड़ी च भी तुसी समझाया सी। सुनेगी ओ जेड़ी पति नू पुछेगी, जो ओ कवेगा फिर सुनेगी ना। इस करके पिछली पौड़ी च मैनू क्या गया, तू सतगुर दी निज कर दी अंतर आत्मे दी बात पुछया कर। तै साहिब की बात जे आखै को नानक क्या दीजै, पुछया कर। कोई कर गल सुनावे हर नाम की, सो लगे गुरसिखा मन मीठा। तेरा सदरा सुनीजे पाए, जे को बह अलाए। कोई कवे सुनाए मैनू, मैं बीमार हाँ, आई एम लॉस्ट। इकेलड़ी बन माँ, मैं जंगल में अकेली हूँ, मैं भूल गई हूँ, भटक गई हूँ। पुलावड़े पुल्ली पुल पुल पछोताणी।
मैं पछता रही हाँ, मैं दुखी हाँ, मैं किरत कर्म के विछड़े वाली हुई हाँ। आई एम डिपार्टेड, मैं दुखी हाँ, मनु कोई सुनाए। साध संगत जो इंज करिए ना, मैनू कोई सुनाए तो सुनाई देंदा है, पर जे मैं कहां मैनू कोई सुने फिर सुनाई नहीं देंदा। ਉਹਦਾ मतलब होया मेरा मन हर वेले अपनी तूती वजांदा रहता है। सानू बड़ी जगह ते ना लोकी सवाल करते हैं, तो मैं बड़ी नम्रता नाल उन्हां दा सवाल सुनने का यतन करदा, उन्हां दी अखां च अखां पा के उन्हां नूं पूरी वारी दे के, फिर जो मैं आंसर करन लगदा वो फिर अगों बोलन लगते हैं, अपना क्वेश्चन दा आंसर देना शुरू कर देंगे, सलाम जवाब दोवें करे। जे मैं पत्नी होवां और मैं पति नूं कहां की खाना है, पति कहे गाजरां खाणियां है, मैं कहां नहीं घीया है, तो पति कहे ठीक है घीया ही खा लो। नहीं तुसी गाजरां कहियां पर गाजरां नहीं है, घीया ही खाना पेगा। ਇਹਦਾ मतलब पहले ही कह दे है ही घीया, बनावांगी भी घीया, खाना भी घीया ही पेगा। फिर पूछने का की मतलब है? वाई दिस हिपोक्रेसी? दिस इज फोनी। इफ यू आस्क दैट ब्रिंग द गाजर एंड कुक द गाजर, इंज क्वेश्चन भी मैं पेश किया, आंसर भी मैं ही करी जा रहा। इंज मैं रब जी दी गल्लां सुनदा ही नहीं, मेरा मन अपनी तूती वजांदा हर वेले, अपना नगाड़ा वजांदा रहंदा, अपनी तूती वजांदा, अपनी बंसरी वजांदा, ते राम दी बंसरी नहीं मैनूं समझ आंदी। गुरबाणी अंदर राम दी बंसरी क्या है? दुनिया जिहड़ी सी हिस्ट्री नूं सुणदी है उहदे मुताबक कृष्ण जी दी बंसरी सी, मैनूं सुनाई नहीं देंदी, मैनूं अंदर दी गल सुनाई देंदी नहीं, क्योंकि मैं पुछदा ही नहीं, मैं बात ना पुछे के करदी हाँ। पर जे मैं सुनन वास्ते मैनूं पुछना पेगा, पुछण वेले मैनूं इंज ही कंन रखने पैणगे। साडी स्टेट ऑफ माइंड बन जाती है जदों असी कल क्या सी कि जदों असी चौक ते खड़े हाँ और असी गुआचे होए और असी पूछ रहे हाँ सर गुरु नानक दरबार गुरुद्वारा रिज रोड कहाँ पर है, उस वेले मैं पटेल नगर चौक ते खड़ा हाँ, तो जिहड़ा बंदा दस रहा ना उस वेले मैं उन्होंने ध्यान नाल सुनांगा, या उन्होंने मैं रस्ता समझाना शुरू कर देंगा नोएडा का। साध संगत मैं इस व्यंग नाल इस गल नूं कर रहा क्योंकि असी आप ही लॉस्ट हाँ, आप ही क्वेश्चन पुटअप करते हैं और आप ही आंसर करी जाते हैं। रब जी की बात पूछनी चाहिए है, रब जी नूं सुनना चाहिए है, रब जी की गल करनी चाहिए है, रब जी की गल मननी चाहिए है। जे नहीं मैं सुनता, नहीं मैं मनता, मैं डिपार्टिड हाँ, मैं दुखी हाँ, मैं अपने पति तो विछड़ी, मैं अपने रब जी तो विछड़ी हुई हाँ। मेरे रब रूपी पति होता है। दुनियावी तौर पर लोग बोलते हैं पति परमेश्वर होता है, लेकिन बाणी कहती नो पति परमेश्वर नहीं होता, रब जी पति होते हैं, रब जी परमेश्वर पति होता है, पति परमेश्वर नहीं होता। फिर पति किनू याद करेगा? सारिया बीबियां ही रब नूं याद करन। गल आई दुनिया का हर इंसान अंदर वसदे रब जी की गल सुनता है, जे नहीं सुनता है तो अपनी गल्लां करी जा रहा है। रब जी की सुनन की अवस्था इस पौड़ी विच तैयार कराई गई है। अगलियां 4 पौड़ियां ने विरला मन नूं बनन वाले मन नूं समझ पै रही है कि निज घर चों सतगुर दी मत वालियां बातां सुनन नाल मन दे ख्यालां विच तब्दीली आ जाती है। चारों पौड़ियां दे विचकार एक रहाव वांगू एक पिवटल पॉइंट है, एक पॉइंट बार बार स्ट्रैस किया गया, नानक भगतां सदा विगास, सुने दुख पाप का नाश। गुरमत अनुसार दुख, मेरे को यहाँ चोट लगी है, खारिश हो गई है, ये हो गया, घर में कोई बीमार हो गया, कोई लॉस हो गया, इस दुख की गल नहीं की है। गुरमति जी को दुख की गल की है, वो दुख कहलाता है। गुरमत अनुसार दुख की डेफिनेशन है जदों मैं रब जी तो विछड़िया होंदा हाँ। इस अवस्था नूं कहंदे ने विछोड़ा सने दुख। इस अवस्था नूं कहंदे दुख कणो जब होते दूर, पर रब तो दूर है नहीं है। मैं रब तो विछड़िया महसूस करदी हाँ जदों, वो मेरा सब तो वड्डा दुख है। उस दुख नूं दूर करने वास्ते गुरु पातशाह मैनूं एक सुनिया दे रहे हैं, जिस सिमरत दुख
सब जाए जिस सिमरत, दुख सब जाए नाम रतन वसै मन आए। नाम रतन वसै मन आए, वसै मन आए। जप मन मेरे गोविंद की वाणी, जप मन मेरे गोविंद की वाणी। साधु जन राम रसन वखान, साधु जन राम रसन वखानी। जप मन मेरे गोविंद की वाणी, जप मन मेरे। ਨਿਜ ਕਰਨ ਦੇ ਰੱਬ ਜੀ ਵਸਦੇ ਨੇ, ਉਹਨਾਂ ਦੀ ਜਿਹੜੀ ਬਾਣੀ ਆ ਉਹ ਤੁਰ ਕੀ ਬਾਣੀ ਹੁੰਦੀ ਹੈ। ਉਹਨੂੰ ਗੁਰਮੁਖ ਨਾਦਕ, ਗੁਰਮੁਖ ਵੇਦਕ, ਗੁਰਮੁਖ ਰਿਆ ਸਮਾਈ ਕਹਿੰਦੇ ਨੇ। ਉਹ ਤੇਰੇ ਅੰਦਰ ਵਸਦੀ ਹੈ। ਤੂੰ ਉਸ ਤੋਂ ਉਲਟ ਚੱਲਦਾ ਹੈ ਤੇ ਦੁਖੀ ਹੁੰਦਾ ਹੈ ਤਾਂ ਰੱਬ ਜੀ ਤੋਂ ਵਿਛੜ ਜਾਂਦਾ ਹੈ। ਅੰਦਰ ਦੀ ਗੱਲ ਸੁਣਿਆ ਕਰ, ਜ਼ਮੀਰ ਦੀ, ਕੌਨਸ਼ੀਅਸ ਦੀ, ਦਿਲ ਦੀ। ਉਸ ਬਾਣੀ ਨੂੰ ਜਪਿਆ ਕਰ। ਉਸ ਤੋਂ ਇਲਾਵਾ ਤੇਰਾ ਮਨ ਜਿਹੜੀ ਬਾਣੀ ਬੋਲਦਾ ਨਾ, ਉਹ ਕੱਚੀ ਬਾਣੀ ਹੈ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਸਤਿਗੁਰ ਦੀ ਗੱਲ ਸੁਣਿਆ ਕਰ, ਉਹਨੂੰ ਦ੍ਰਿੜ ਕਰਨ ਨਾਲ, ਉਹ ਦ੍ਰਿੜ ਕਰਨ ਦਾ ਮਤਲਬ ਉਹਨੂੰ ਪ੍ਰੈਕਟੀਕਲ ਜੀਣ ਦੇ ਨਾਲ। ਜਿਸ ਸਿਮਰਤ ਦੁੱਖ ਸਭ ਜਾਏ। ਦੁੱਖਾਂ ਦੀ ਲਿਸਟ ਗਿਣੋ ਨਾ ਸਾਧ ਸੰਗਤ ਜੀ, ਬਹੁਤ ਸਾਰੇ ਹੋ ਜਾਣਗੇ। मेरा ये भी दुख है, ये भी दुख है, ये भी दुख है, ये भी दुख है, ये भी दुख है। गैस भी नहीं है, चूल्हा भी नहीं है, बत्ती नहीं आई, ये नहीं हुआ, वो नहीं हुआ, बच्चे घर से रूठ के चले गए, यहाँ रोटी नहीं पकती है, बत्ती चली गई थी, अंधेरा हो गया, ये हो गया। बड़े सारे दुख तू गिण देगा? नहीं, सारे दुखों का एक कारण मन, जिथे ढेर सारे दुख तू इकट्ठे किए ने, इको सोर्स। ਇਹਦਾ ਪੂਰਾ ਭਾਂਡਾ ਖਤਮ ਕਰਨਾ। ਦੁੱਖ ਸਭ ਜਾਏ, ਮਨ ਨਹੀਂ ਉਡਾ ਦੇ ਤੂੰ ਦੁੱਖ ਵਾਲਾ। ਨਵਾਂ ਮਨ ਰੱਖ ਲੈ, ਨਵਾਂ ਮਨ ਤਿਆਰ ਹੋ ਸਕਦਾ। ਜਿਸ ਸਿਮਰਤ ਦੁੱਖ ਸਭ ਜਾਏ, ਨਾਮ ਰਤਨ ਵਸੈ ਮਨ ਆਏ। ਪਿਛਲੀ ਅਸੀਂ ਪੌੜੀ ਪੜ੍ਹੇ ਹੋਈ ਸੀ। ਮੱਤ ਵਿੱਚ ਰਤਨ, ਜਵਾਹਰ, ਮਾਣਿਕ। ਕਦੋਂ? ਜੇ ਇੱਕ ਗੁਰ ਕੀ ਸਿੱਖ। ਸਾਧ ਸੰਗਤ ਮੈਂ ਹੈਰਾਨ ਹੀ ਰਹਿ ਗਿਆ ਕਿ ਗੁਰੂ ਦੀ ਸਿੱਖਿਆ ਸੁਣ ਕੇ ਰਤਨ, ਜਵਾਹਰ, ਮਾਣਿਕ ਵਰਗੀ ਮੱਤ ਮਿਲਦੀ ਹੈ। ਉਹਦੇ ਨਾਲ ਦੁੱਖ ਦੂਰ ਹੁੰਦੇ ਨੇ। ਉਹੀ ਤਾਂ ਮੈਨੂੰ ਅੱਗੇ ਕਿਹਾ ਜਾ ਰਿਹਾ, ਸੁਣਿਆ ਸਿੱਧ ਪੀਰ ਸੁਣਨਾਥ। ਸੁਣਿਆ ਕੀ? ਸਾਧ ਸੰਗਤ ਦਾ ਬੜੇ ਸਾਰੇ ਟੀਕੇ ਪੜ੍ਹੇ, ਪਰ ਕਿਸੇ ਨੇ ਨਾਲ ਇਹ ਨਹੀਂ ਲਿਖਿਆ ਸੁਣਿਆ ਕੀ। ਕੀ ਸੁਣ? ਸੁਣਨ ਦੇ ਨਾਲ ਤਾਂ ਲਿਖਿਆ ਹੋਇਆ, ਸੁਣਨ ਦੇ ਨਾਲ, ਪਰ ਲਿੰਕ ਜੋੜ ਰਿਹਾ ਸੀ। ਪਹਿਲੀ ਪੌੜੀ ਤੋਂ ਦੂਜੀ ਪੌੜੀ ਆ ਰਿਹਾ, ਦੂਜੀ ਤੋਂ ਤੀਜੀ ਆ ਰਿਹਾ। ਜੇ ਇੱਕ ਗੁਰ ਕੀ ਸਿੱਖ ਸੁਣੀ, ਹੁਣ ਵਿਰਲਾ ਬਣਨ ਵਾਲੇ ਮਨ ਨੂੰ ਕਹਿ ਰਹੇ ਨੇ ਕੂੜ ਉਤਾਰਨੀ ਹੈ। ਦੇਖ ਸੁਣਨ ਦੇ ਨਾਲ ਕੀ ਹੁੰਦਾ ਹੈ। once you sincerely listen, not hear, hear ਹੁੰਦਾ यहाँ से सुना, यहाँ से बाहर। listen ਹੁੰਦਾ ਰੀਰਨ ਸੈਂਸ ਵਿੱਚ, यहाँ से सुना, ਹਿਰਦੇ ਵਿੱਚ ਵਸ ਗਿਆ। ਹਿਰਦੇ ਵਿੱਚ ਵਸ ਗਿਆ मतलब I want to be being of that, मैं उसको प्रैक्टिकल जीना चाहता हूँ। ਇਹਨੂੰ ਸੁਣਿਆ ਕਹਿੰਦੇ ਨੇ। ਸੁਣਨ ਦੇ ਨਾਲ ਕੀ ਸੁਣਾ? ਗੋਬਿੰਦ ਕੀ ਬਾਣੀ। ਹੁਣ ਅੱਜ ਸਾਡੇ ਸਾਹਮਣੇ ਗੋਬਿੰਦ ਕੀ ਬਾਣੀ ਨੂੰ ਸੁਣਨ ਵਾਸਤੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਦਾ ਸਬਜੈਕਟ ਆ ਗਿਆ। ਕਿਉਂ? ਅੱਜ ਗੁਰੂ ਅਰਜਨ ਪਾਤਸ਼ਾਹ ਦਾ ਗੁਰਗੱਦੀ ਦਿਵਸ ਵੀ ਹੈ। ਅੰਮ੍ਰਿਤ ਬਾਣੀ ਗੁਰੂ ਗ੍ਰੰਥ ਸਾਹਿਬ ਨਾਲ ਸਾਨੂੰ ਜੋੜਿਆ। ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਸੀ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ। ਗਾ ਲਈਏ ਇਸ ਨੂੰ ਥੋੜ੍ਹਾ ਜਿਹਾ।
ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ। ਤੇਰੀ ਗੱਲ ਸੁਣਾ, ਤੇਰੀ ਬਾਣੀ ਸੁਣਾ, ਮੇਰਾ ਜੀਵਨ ਬਦਲ ਸਕਦਾ ਹੈ। ਹੁਣ ਅੱਜ ਇੱਕ ਮੌਸਮ ਨਵਾਂ ਸ਼ੁਰੂ ਹੋਇਆ, ਉਸ ਦਾ ਨਾਂ ਦੁਨਿਆਵੀ ਤੌਰ 'ਤੇ ਬਾਹਰਲੇ ਮੌਸਮ ਦਾ ਨਾਂ ਰੱਖਿਆ ਗਿਆ ਅੱਸੂ। ਅੱਸੂ ਦੇ ਮੌਸਮ ਗਰਮੀ ਖਤਮ ਹੋ ਰਹੀ ਹੈ, ਪਰ ਗੁਰਬਾਣੀ ਦੇਖੋ ਮੈਸੇਜ, ਆਗੇ ਕਾਮ ਪਿੱਛੇ ਰੁੱਤ ਜਾਡਾ, ਇਹ ਪੰਕਤੀ ਹੈ ਅੱਸੂ ਦੇ, ਜੇ ਤੁਖਾਰੀ ਪੜ੍ਹੀਏ ਤਾਂ ਆਗੇ ਕਾਮ, ਕਾਮ ਦਾ ਮਤਲਬ ਹੁੰਦਾ ਗਰਮੀ, ਪਿੱਛੇ ਰੁੱਤ ਜਾਡਾ, ਪਰ ਸਾਸੰਗ ਅਸੀਂ ਤਾਂ ਪਿੱਛੇ 4 ਮਹੀਨੇ ਤੋਂ ਗਰਮੀ ਸਹਾਰਦੇ ਆ ਰਹੇ ਹਾਂ। ਇਹਦਾ ਮਤਲਬ ਹੋਇਆ ਗੁਰਮਤ ਅਨੁਸਾਰ ਆਗੇ ਔਰ ਪਿੱਛੇ ਦੇ ਅਰਥ ਸਾਨੂੰ ਲੱਭਣੇ ਚਾਹੀਦੇ ਨੇ, ਕੀ ਹੁੰਦੇ ਨੇ। ਪਿਛਲੇ ਕਈ ਮਹੀਨਿਆਂ ਤੋਂ ਨਾ ਗਰਮੀ ਲੱਗੀ ਹੋਈ ਹੈ, ਅੱਜ ਗਰਮੀ ਦਾ ਮੌਸਮ ਖਤਮ ਹੋਣ ਜਾ ਰਿਹਾ, ਨਵਾਂ ਮਹੀਨਾ ਆਇਆ, ਇਹਦੇ ਵਿੱਚ ਵੀ ਮੈਨੂੰ ਹੁਣ ਕੀ ਸਮਝਾਉਣ ਲੱਗੇ ਨੇ ਅੱਜ, ਪੂਰੇ 12 ਮਾਹ ਦਾ ਇੱਕ ਸੈਂਟਰਲ ਆਈਡੀਆ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, ਮੈਂ ਵਿਛੜੀ ਹੋਈ ਹਾਂ, ਆਈ ਐਮ ਡਿਪਾਰਟਿਡ। ਆਸਾੜ ਤਪਨ ਦਾ ਤਿਸ ਲਗੈ ਹਰ ਨਾਹ ਨਾ ਜਿੰਨਾ ਪਾਸ, ਪਹਿਲਾਂ ਤੇ ਮੈਂ ਅਸ਼ੁੱਧ ਉਚਾਰਨ ਕਰਦਾ, ਹਰ ਨਾਮ ਨਾ ਜਿੰਨਾ ਪਾਸ, ਪਤਾ ਲੱਗਿਆ ਨਾਹ, ਨਾਹ ਹੁੰਦਾ ਸ਼ੋ ਪ੍ਰੀਤਮ ਪ੍ਰਭੂ ਪਰਮਾਤਮਾ ਪਿਆਰਾ ਬਿਲਵਡ। ਆਸਾੜ ਤਪਨ ਦਾ ਮੈਨੂੰ ਗਰਮੀ ਲੱਗ ਜਾਂਦੀ ਸੀ, ਬਾਹਰਲੀ ਗਰਮੀ ਦੀ ਨਹੀਂ ਗੱਲ ਚੱਲੀ, ਬਾਹਰਲੀ ਗਰਮੀ ਤਾਂ ਏਸੀ ਨਾਲ ਹੀ ਠੀਕ ਹੋ ਜਾਂਦੀ ਹੈ, ਪੱਖੇ ਨਾਲ ਠੀਕ ਹੋ ਜਾਂਦੀ ਹੈ, ਅੰਦਰ ਮੇਰੇ ਮਨ ਗਰਮੀ ਲੱਗ ਜਾਂਦੀ। ਆਸਾੜ ਤਪਨ ਦਾ ਤਿਸ ਲਗੈ ਹਰ ਨਾਹ ਨਾ ਜਿੰਨਾ ਪਾਸ, ਉਸ ਸ਼ਬਦ ਦੇ ਆਖਿਰੀ 'ਚ ਕਹਿੰਦੇ ਨੇ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ। ਹਰ ਚਰਨ ਕੀ ਹੁੰਦਾ ਹੈ? ਰੱਬ ਜੀ ਦੀ ਮੱਤ, ਰੱਬ ਜੀ ਦੇ ਤੇ ਚਰਨ ਚੱਕਰ ਚੀਨ ਰੂਪ ਰੰਗ ਰੇਖ ਪੇ ਕੁਛ ਹੈ ਨਹੀਂ ਹੈ, ਰੱਬ ਜੀ ਦੇ ਮਾਰਗ ਤੇ ਟੁਰਨਾ, ਚਰਨ ਚਲੋ ਮਾਰਗ ਗੋਬਿੰਦ। ਮਨੂੰ ਸਮਝਾਇਆ ਤੈਨੂੰ ਗਰਮੀ ਅੰਦਰੋਂ ਨਹੀਂ ਲੱਗਿਆ ਕਰੇਗੀ। ਆਸਾੜ ਤੋਂ ਬਾਅਦ ਆਇਆ ਸਾਵਣ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ। ਫਿਰ ਮੈਨੂੰ ਕੋਈ ਮਾਰਗ ਸਮਝਾਇਆ ਜਾ ਰਿਹਾ, ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ। ਸਾਵਣ ਦੇ ਅਖੀਰ 'ਚ ਕਹਿੰਦੇ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ, ਜਿਨ੍ਹਾਂ ਨੇ ਸੱਚ ਦਾ ਸੁਨਿਆ ਲਿਆ। ਫਿਰ ਮੈਂ ਡੁਐਲਿਟੀ 'ਚ ਫਸ ਗਿਆ, ਅਗਲਾ ਮਹੀਨਾ ਆ ਗਿਆ, ਭਾ ਦੋਏ ਭਰਮ ਭੁਲਾਣੀਆਂ, ਮੈਂ ਡੁਐਲਿਟੀ 'ਚ ਫਸ ਗਿਆ, ਭਾ ਦੋਏ, ਕਹਿੰਦੇ ਫਲਾਣੇ ਦੀ ਕਿਸ ਭਾ ਵਿਕੀ, ਕੀ ਹੋਇਆ? ਭਾ ਦੋਏ ਭਰਮ ਭੁਲਾਣੀਆਂ, ਮੈਂ ਭਰਮ ਵਿੱਚ ਫਸਦਾ ਜਦੋਂ ਮੈਂ ਡੁਐਲਿਟੀ 'ਚ ਜਾਂਦਾ ਵਾਂ। ਭਾ ਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਦੂਜਾ ਕੌਣ ਹੈ? ਮੇਰਾ ਮਨ, ਮਨ ਕੀ ਮੱਤ ਨਾਲ ਮੇਰਾ ਪਿਆਰ ਪੈ ਗਿਆ। ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ, ਮੇਰੇ ਮਨ ਦਾ ਕਾਰਜ ਸਿੱਧ ਨਹੀਂ ਹੁੰਦਾ। ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ। ਹੁਣ ਮੈਨੂੰ ਡੁਐਲਿਟੀ ਤੋਂ ਛੁਡਾਉਣ ਲੱਗੇ ਨੇ, ਕਹਿੰਦੇ ਨੇ ਡੁਐਲਿਟੀ ਨਰਕ ਹੁੰਦਾ, ਨਰਕ। ਜਦੋਂ ਤੁਸੀਂ ਕਹਿੰਦੇ ਨੇ ਮੈਂ ਕਨਫਿਊਜ਼ਡ ਹੂੰ, ਮੁਝੇ ਸਾਰੇ ਛੋੜ ਦੋ, ਅਕੇਲਾ ਬਸ ਤੁਮ ਕਮਰੇ ਸੇ ਬਾਹਰ ਚਲੇ ਜਾਓ, ਉਹ ਕੀ ਹੁੰਦਾ? मैं कन्फ्यूज़ ना, जदों मैं कन्फ्यूज़ जाना, बड़ी उलझन में हूँ, इधर जाऊँ कि इधर जाऊँ, पता ही नहीं है, कदे मैं इस पासे टूट पैंदा, कदे इस पासे टूट पैंदा। डुअलिटी, परम, ਇਹ ਨਰਕ ਹੈ। ਆਪਣੇ ਜੀਵਨ ਵਿੱਚ ਹੀ ਅਸੀਂ ਕਦੀ ਕਿੱਥੇ ਮਕਾਨ ਲੈਣਾ ਨਾ, ਛੇਤੀ ਡਿਸਾਈਡ ਕਰ ਲੈਣਾ ਚਾਹੀਦਾ ਕਿੱਥੇ ਲੈਣਾ। ਜਿੱਥੇ ਵਿਆਹ ਕਰਾਉਣਾ ਛੇਤੀ ਡਿਸਾਈਡ ਕਰ ਲੈਣਾ ਚਾਹੀਦਾ, ਦਿਨੋਂ ਦਿਨ ਕਨਫਿਊਜ਼ ਹੁੰਦੇ ਆ। ਐਂਡ ਜਿੱਥੇ ਕੰਮ ਕਰਨਾ ਛੇਤੀ ਡਿਸਾਈਡ ਕਰ ਲੈਣਾ ਚਾਹੀਦਾ, ਨਹੀਂ ਤਾਂ ਕਨਫਿਊਜ਼ਡ ਮਾਈਂਡ ਹਮੇਸ਼ਾ ਲੌਸਟ ਹੀ ਰਹੇਗਾ। ਜਸਟ ਗੋ ਅਹੈਡ, ਜੁਡੀਸ਼ੀਅਸਲੀ
ਉਸ ਦੀ ਸਟੱਡੀ ਕਰ ਔਰ ਕਰ ਕਰਾ ਕੇ ਐਨਾਲਾਈਜ਼ ਕਰਕੇ ਛੇਤੀ ਨਾਲ ਇੱਕ ਪਾਸੇ ਲੱਗ। ਕੀ ਕਨਫਿਊਜ਼ਡ ਡੱਕੇ ਡੋਲੇ ਖਾਈ ਜਾ ਰਿਹਾ, ਇੱਕ ਪਾਸੇ ਹੋ ਜਾ ਜਲਦੀ, ਜਾਂ ਇੱਧਰ ਹੋ ਜਾ ਜਾਂ ਇੱਧਰ ਹੋ ਜਾ। ਪਰ ਤੈਨੂੰ ਸਿਆਣਪ ਇਤਨੀ ਚਾਹੀਦੀ ਹੈ ਕਿ ਧਰਮ ਦੇ ਮਾਰਗ 'ਤੇ ਮੈਨੂੰ ਕੀ ਬਣਨਾ ਹੈ। से भादोएं नरक ना पाई हैं, वो डुअलिटी के नरक में नहीं पड़ते हैं। भादों का महीना गर्मियां का ही है। आषाढ़, सावन, भादों। सावन भादों में बरसात तो इलावा जो चुमासे की गर्मी होती है जबरदस्त, वो तुहानू सब नू पसीना आता जबरदस्त, लू नहीं भी होती तां भी, डुअलिटी की नरक की गर्मी। से भादों नरक ना पाई है, गुर रखण वाला हेत। अच्छा फिर मैनू चरण कमल से प्यार रख गल कर दी, तैनू सतगुर की मत लैनी है। हुण अज अस्सू आ गया, अस्सुन प्रेम उमाहड़ा। हुण अस्सुन दे सस्से नू औंकड़ है, नने नू सियारी है। ओए मेरे प्यारे सज्जन मित्र, मेरे मन गल सुन, सुन अस्सुन। असुन प्रेम उमाहड़ा किनू कहा जा रहा है? जेड़ा मेरा मन ना परदेसी बाहर चला गया सी, उन्होंने बुलाया जा रहा है, मन परदेसी वे प्यारे आओ करे। मैं चंगा भला अपने पति कोल या पत्नी कोल सवेरे बैठी सी, असी दोनों बैठे हाँ, बड़े आराम नाल चाह पी रहे हैं, बड़ी प्यार की गलबात चल रही है, परिवार की गलबात चल रही है, साडी एक मिकता है, घर होने कोई कलयुग नहीं है, कोई प्रॉब्लम नहीं हुई। अचानक मैं अखबार पढ़ ली, टीवी देख लिया, फलानी जगह सेल लगी हुई है। बस मेरा मन तो सेल ही चला ही गया। हुण साडा पवाड़ा शुरू होएगा, हुण साडा झगड़ा शुरू होएगा। मैं पासे मांगूंगी, वो देंगे नहीं, वो कहेंगे तेरे को शॉपिंग की पड़ी रहती है, झगड़ा शुरू हो गया। मेरा मन फ्यूचर ही चला गया, कदे फ्यूचर ही चला जाता है, कदे पास्ट ही चला जाता है। ये मेरा मन परदेसी हो जाता है, इसनू घर बुलाया जा रहा है वापस, कहीं मत जा, कहीं सेल नहीं लगी हुई, तू इधर ही बैठ, घर ही में अमृत भरपूर है, मनमुखा साध ना पाया, अंदर रह, इत्थे ही रह, डोंट गो एनीवेयर। मन करके असुन, मैं विछड़ी हुई हाँ, गल सुन। असुन प्रेम उमाहड़ा, क्यों मिलिया हर जाए, क्यों मतलब कैसे मिलूं, यही तो दुख है। यह दुख सुनिया तो बाद कटिया जाता है, सारिया सुनिया दी पौड़ियां में क्या जा रहा है, सुनिया दुख, दुख ही मेरा है, मैं विछड़िया होया अपने प्रीतम तो, विछड़ी हुई हाँ अपने बिलवड तो। बिलवड नू मिलन सार चैन आ जाता है, एक घड़ी ना मिलते तो कलयुग होता हो जाता है। असुन प्रेम उमाहड़ा, क्यों मिली है हार जाए, मन तन प्यास दर्शन कणी। कौन कह रही है? मेरी मत, मेरे मन नू कह रही है, सर प्लीज काइंडली कम बैक टू होम, आई एम डिपार्टेड, आपके बिना नहीं बात बन रही है, घर आ जाओ। मन तन प्यास दर्शन कणी, कोई आण मिलावे माए, प्रभ विण दूजा को नहीं, नानक हर शरण आए। अंदरों मत समझाई जा रही है रब जी वल्लों, सच की गल सुनिया कर, उस रजा विच रखिया रहा कर। फिर पता की होंदा है, असू हुण सुन दे नन्ने नू सियारी नहीं है, हुण सस्से नू दुलैंकड़े ने। असू आ सुन नहीं है, हुण असू सुखी वसंदियां जिन्ना मया हर राए। और ये असून दे नन्ने नू सियारी समझण वास्ते सानू 12 माह माझ तो निकल के गुरु नानक साहब दे 12 माह तुखारी अंदर जाना पैंदा है, क्योंकि तुखारी च गुरु साहब क्लू समझाते हैं कि ये महीने का मतलब है कि असुन आओ पीरा सा तन झूर मुई। मैं मत, तुसी पति जी, प्रीतम जी, मेरे मन जी घर वापस आ जाओ, इस घर के मालक तो तुसी हो ना। असुन आओ पीरा सातन झूर मुई, आगे काम पीछे रुत जाडा, देख चलत मन डोलो। बड़ी मुश्किल बनती जा रही है। नानक असुन मिलो प्यारे। हुण गुरु नानक साहब दे तुखारी विच आखिरी पंक्ति, सस्से नू औंकड़ नन्ने नू सियारी, नानक असुन मिलो प्यारे सतगुर भए बसीठा। जे एक बारी सतगुर की मत आ जाए, सतगुर की मत लियाण वास्ते सतगुर की गल सुननी पएगी।
ਸੁਣਨ ਤੋਂ ਬਾਅਦ ਵਿਛੋੜੇ ਦਾ ਦੁੱਖ ਖਤਮ ਹੋ ਜਾਏਗਾ। ਜੇ ਨਹੀਂ ਹੋਇਆ ਤੇ ਅਸੀਂ ਕੀ ਹੁੰਦੇ ਹਾਂ? ਵਿਛੜੇ ਕੀਰਤ ਕਰਮ ਕੇ ਵਿਛੜੇ, ਵਿਛੜੇ ਕੀਰਤ ਕਰਮ ਕੇ ਵਿਛੜੇ। ਕਰ ਕਿਰਪਾ ਮੇਲੋ ਰਾਮ, ਕਰ ਕਿਰਪਾ ਮੇਲੋ ਰਾਮ। ਵਿਛੜੇ ਕੀਰਤ ਕਰਮ ਕੇ ਵਿਛੜੇ। ਮੈਂ ਆਪਣੇ ਔਗੁਣਾਂ ਕਾਰਨ ਵਿਛੜੀ ਹੋਈ ਹਾਂ। ਕਾਈਂਡਲੀ ਗ੍ਰਾਂਟ ਮੀ ਯੂਰ ਵਿਜ਼ਡਮ। ਜਦੋਂ ਇਹ ਅਵਸਥਾ ਬਣੇ ਤਾਂ ਸੁਣ ਸਕਦੇ ਹਾਂ। आई एम लॉस्ट, क्रॉसिंग पे खड़ा हूं, रास्ता बताओ। हुण सुनिया खुल जाएगी। नाउ लिसनिंग विल बी ओपन। लिसनिंग इज बिगेस्ट टेक्निक। किसी ने पूछा सी रब ने दो कन क्यों दिते है? सियाणे ने कहा सी मूँह एक दिता है कि इत्थों बोलिया कर, पर दो कन दिते ने जितना बोलिया करदा उस तो डबल सुनिया कर। पत्नी पति नूं कहंदी है तुहानूं जिहड़ी गल करो एक कंन तो सुणदे हो, दूजे तो बाहर कढ दिंदे हो। पति कहंदा तूं की करदी है? दोनों कन्नां तो सुणदी है, सारी मूँह तो कढ दिंदी है। मीनस वी ओनली टेल अदर्स, वी जस्ट वॉमिट, वी जस्ट लिसन टू टेल अदर्स। इनू पढ़ पढ़ गड्डी लद्दी है कहते हैं, इनू सिर्फ ज्ञान इकट्ठा कर लेना कहते हैं। नहीं, सुन, डोंट सुन टू टेल अदर्स। दूजिया नू सुनान वास्ते ना सुन, अपने वास्ते सुन। जदों ये आदत बन जाए तो अपना जीवन चेंज होता है। उस जीवन चेंज की अवस्था नू कह रहे ने सुने सिद्ध पीर सुरनाथ। सुनन दे नाल सिद्धि प्राप्त होंदी है। हुण गुरमत दे अगले सारे प्रोग्राम अंदर जिहड़े असीं कल भी तुहाडे इत्थे वारी आएगी, ਉਹਦੇ ਅਸੀਂ ਗੁਰਮਤ ਦੀ ਰਿੱਧੀ ਅਤੇ ਸਿੱਧੀ ਸਮਝਾਂਗੇ। ਜਦੋਂ ਕੋਈ ਗੁਣ ਪ੍ਰਾਪਤ ਹੁੰਦਾ ਹੈ ਇਹਨੂੰ ਰਿੱਧੀ ਕਹਿੰਦੇ ਨੇ, ਅਤੇ ਉਸ ਗੁਣ ਨੂੰ ਜੀਣ ਦੀ ਜਿਹੜੀ ਸਾਰੇ ਆਪਣੇ ਇੰਦਰੀ ਗਿਆਨ ਇੰਦਰੀ ਤੇ ਉਸ ਗੁਣ ਨੂੰ ਪ੍ਰੋਪਰਲੀ ਸਹਿਜ ਵਿੱਚ ਜੀਣ ਦੀ ਅਕਲ ਔਰ ਪੂਰੀ ਆਪਣੀ ਬੋਡੀ ਤੇ ਸੋਚਣੀ ਦੇ ਢੰਗ ਵਿੱਚ ਬੈਲੈਂਸਡ ਅਵਸਥਾ ਵਿੱਚ ਕਾਬੂ ਆ ਜਾਂਦਾ ਹੈ ਨਾ। ਪ੍ਰਫੁੱਲਤਾ ਤੋਂ ਲੈ ਕੇ ਪਰਫੈਕਸ਼ਨ ਆ ਜਾਂਦੀ ਹੈ ਨਾ ਉਹਦੇ ਅੰਦਰ, फुल पैशन दे नाल, उन्हों गुरमत की सिद्धि कहते हैं। गुण प्राप्त करना रिद्धि। हुण गुरु साहब कहते हैं अचर चरै तां सिद्ध होई, सिद्धि ते बुध पाई। हुण गुरमत की रिद्धि सिद्धि की गल करांगे। मैं बाहरली रिद्धि सिद्धियों की बात नहीं कर रहा। गुरमत च रिद्धि सिद्धि की होता है? सत आत्मक भोजन हजम करन वाली मत सुनना। सतगुर दी मत नाल अपने ऑल ऑर्गनस रोम रोम नू अपने अधीन करके जीना सिद्ध। पीर धार्मिक अगवाई देण वाली मत, सुजान मत नू पीर कहंदे ने। ओनू की कहंदे ने गुरबाणी च? शबद गुर पीरा। मैं ਜਿਹੜੇ ਬਾਹਰਲੇ ਦੁਨੀਆ 'ਚ ਨਾਂ ਲੋਕਾਂ ਨੇ ਰੱਖੇ ਹੋਏ ਆਪਣੇ ਪੀਰ ਫਕੀਰ, ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ। ਉਹਨਾਂ ਦੇ ਚੱਕਰ ਵਿੱਚ ਕਈ ਇਹਦੇ ਅਰਥ ਕਰ ਜਾਂਦੇ, ਉਹਨਾਂ ਦੀ ਅਸਲੀਅਤ ਬਾਰੇ ਪਤਾ ਲੱਗ ਜਾਂਦਾ। ਉਹਦਾ ਕੀ ਫਾਇਦਾ? ਜੇ ਕੋਈ ਹੇਰਾ ਫੇਰੀ ਕਰ ਰਿਹਾ ਉਹਦੇ ਬਾਰੇ ਪਤਾ ਲੱਗ ਜਾਏ ਤਾਂ ਮੈਨੂੰ ਕੀ ਫਾਇਦਾ ਹੋਇਆ? ਉਹ ਤਾਂ ਸਾਰੇ CNN ਚੈਨਲ ਵਾਲੇ, ਦੁਨੀਆ ਭਰ ਦੇ TV ਵਾਲੇ ਆਪੇ ਹੀ ਦੱਸ ਦੇਣਗੇ ਫਲਾਣਾ ਕੈਸੇ ਭੈੜਾ ਹੈ। ਰੱਬ ਜੀ ਇਹ ਸਮਝਾਉਂਦੇ ਨੇ ਅੰਦਰ ਦੀ ਸਿੱਧੀ ਕੀ ਹੁੰਦਾ ਹੈ। ਰੱਬ ਜੀ ਅੰਦਰ ਸਮਝਾਉਂਦੇ ਨੇ ਪੀਰ ਅਵਸਥਾ ਕੀ ਹੁੰਦੀ ਹੈ। ਮੈਂ ਪੜ੍ਹ ਕੇ ਹੈਰਾਨ ਰਹਿ ਗਿਆ। ਪੀਰ ਅਵਸਥਾ ਹੁੰਦੀ ਹੈ ਧਾਰਮਿਕ ਅਗਵਾਈ देण वाली सुजान मत नूं कहंदे ने। ये अवस्था प्राप्त होंदी है, अंदरों धार्मिक अगवाई मिलेगी तैनूं। सुनिया सिद्ध पीर सुरनाथ। सुर चंगी मत, उन्होंने कहते हैं मत विच रतन जवाहर। अगला अखर है माणिक। माणिक होंदा माणिक्य। माणिक्य होंदा वो वाली मत
ਜਿਹਦੇ ਨਾਲ रत्न जवाहर ਨੂੰ परखीदा है, वो वाली माणिक्य वाली मत कि इनको देखने की अकल आ जाती कि ये रत्न जवाहर हैं भी कि या फेक पत्थर है। माणिक्य वाली मत, वो जी माणिक्य वाली मत होंदी है ना, ਉਹਨੂੰ ਸੁਰ ਕਹਿੰਦੇ ਨੇ, ਰਾਰੇ ਨੂੰ ਸਿਆਰੀ। ਚੰਗੀ ਮਤ ਮਾਣਿਕ ਵਾਲੀ ਵਿਵੇਕ ਬੁੱਧੀ ਦੀ ਪ੍ਰਾਪਤੀ। ਫੇਕ ਕਿਆ ਹੈ, ਸਰ ਕੀ ਹੈ, ਆਪਸਰ ਕੀ ਹੈ, ਚੰਗਾ ਕੀ ਹੈ, ਮੰਦਾ ਕੀ ਹੈ, ਇਹ ਸਾਰੇ ਬਾਰੇ ਸੋਝੀ ਹੁੰਦੀ ਜਾਂਦੀ ਹੈ। ਹੰਸਾ ਹੀਰਾ ਮੋਤੀ ਚੁਗਣਾ, ਇਹ ਹੰਸਾਂ ਕਾ ਖਾਣਾ। ਉਹ ਹੀਰੇ ਮੋਤੀ ਚੁਗ ਲੈਂਦੇ ਨੇ। ਲੋਕੀ ਛਾਛ ਪੀਂਦੇ ਰਹਿੰਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਸੰਤੋ ਮਾਖਣ ਖਾਇਆ ਛਾਛ ਪੀਏ ਸੰਸਾਰ। ਲੋਕੀ ਛਾਛ ਵਿੱਚ ਗਾਇਬ ਰਹਿੰਦੇ ਨੇ। ਲੋਕੀ ਰਿਚੁਅਲਸ ਔਰ ਕਰਮ ਕਾਂਡ ਔਰ ਪਾਖੰਡ ਵਿੱਚ ਗਾਇਬ ਰਹਿੰਦੇ ਨੇ। ਲੋਕੀ ਆਪਣੇ ਆਪ ਨੂੰ ਗੁਆਚੀ ਰੱਖਦੇ ਨੇ, ਕਦੇ ਨਗਰ ਕੀਰਤਨ ਵਿੱਚ, ਕਦੇ ਕਿੱਥੇ, ਕਦੇ ਲੱਸੀਆਂ ਵਰਤਾਨ ਵਿੱਚ, ਕਦੇ ਕਿੱਥੇ। ਇਹਨਾਂ ਚੀਜ਼ਾਂ 'ਚ ਹੀ ਗੁਆਚੇ ਰਹਿੰਦੇ ਨੇ। ਨਾਥ, ਇਹ ਅੱਖਰ ਕਿਹਨਾਂ ਦੇ ਨੇ? ਸਿੱਧਾ ਜੋਗੀਆਂ ਦੇ। ਇਹਨਾਂ ਦੇ ਅਰਥ ਗੁਰਬਾਣੀ ਅਨੁਸਾਰ ਨਾਥ। ਨਾਥ ਜੋਗੀ ਉਹ ਹੁੰਦਾ ਸੀ ਜਿਹਦੇ ਥੱਲੇ ਸਾਰੇ ਚੱਲਦੇ ਸੀ, ਜਿਹੜਾ ਸਾਰਿਆਂ ਨੂੰ ਨੱਥ ਪਾ ਕੇ ਆਪਣਾ ਕਾਬੂ ਕਰਕੇ ਆਪਣੇ ਹੁਕਮ ਹੇਠਾਂ ਚਲਾਉਂਦਾ ਸੀ। ਗੁਰੂ ਸਾਹਿਬ ਕਹਿੰਦੇ ਨੇ ਸਤਿਗੁਰ ਦੀ ਮੱਤ ਸੁਣ ਕੇ ਨਾਥ ਔਲ ਇੰਦਰੇ ਗਿਆਨਿੰਦਰੇ ਤੇ ਰੋਮ ਰੋਮ ਨੂੰ ਨੱਥ ਪਾਉਣ ਵਾਲੀ ਮੱਤ ਰੂਪੀ ਜੋਗੀ ਮਨ ਪ੍ਰਾਪਤ ਹੋ ਜਾਂਦਾ ਹੈ। ਸੁਣ, ਸੁਣਿਆ ਸਿੱਧ ਪੀਰ ਸੁਰ ਨਾਥ। ਸੁਣਿਆ ਧਰਤ, ਧਰਤ ਮਨ ਰੂਪੀ ਧਰਤੀ ਤੇ ਚੰਗੇ ਚੰਗੇ ਬੀਜ ਫੁੱਲਾਂ ਫਸਲ ਦੀ ਉਪਜ ਪ੍ਰਾਪਤ ਕਰਨ ਵਾਲੀ ਮਨ ਦੀ ਧਰਤੀ ਪ੍ਰਾਪਤ ਹੋ ਗਈ। ਸਾਧ ਸੰਗਤ, ਜਿਹਦੇ ਕੋਲ ਧਰਤੀ नहीं है उसके पास आकाश हो सकता है? नहीं हो सकता। मेरी धरती टिकदी नहीं है। इस धरती ਨੂੰ ਟਿਕਾਉਣ ਵਾਸਤੇ ਮੈਨੂੰ ਸਤਿਗੁਰ ਦੀ ਮੱਤ ਚਾਹੀਦੀ ਹੈ। ਇੱਥੇ ਨਾ ਸਤਿਗੁਰ ਦੀ ਮੱਤ ਧਰਮ ਹੈ, ਇਹਨੂੰ ਧਵਲ ਕਹਿੰਦੇ ਨੇ। ਮੇਰੇ ਮਨ ਦਾ ਆਧਾਰ ਕਹਿੰਦੇ ਨੇ। ਜੋ ਮੰਦਰ ਕੋ ਥਾਮੈ ਥੰਮਨ ਤੇ ਗੁਰੂ ਕਾ ਸ਼ਬਦ ਮੰਨੈ ਅਸਥੰਮਨ, ਆਧਾਰ ਦਿੱਤਾ ਜਾ ਰਿਹਾ। ਮੇਰੀ ਮਨ ਦੀ ਧਰਤੀ ਟਿਕਾਈ ਜਾ ਰਹੀ ਹੈ, ਵਰਨਾ ਇੰਝ ਇੰਝ ਕਰਦੀ ਹੈ, ਡੱਕੇ ਡੋਲੇ ਖਾਂਦੀ ਹੈ। कबू जीड़ा ऊब चढ़ता है, कबू जाए प्याले, लोभी जीड़ा थिर ना रहता है, चारे कुंडा पाले। मेरा मन इंज इंज करता है, शिवर करता है, टिकदा नहीं है। लोग ਇਹਨੂੰ ਟਿਕਾਉਣ ਵਾਸਤੇ ਮੈਡੀਟੇਸ਼ਨ ਕਰਦੇ ਨੇ, ਅੱਖਾਂ ਨੂਟੀ ਰੱਖਦੇ ਨੇ, सब कुछ करते हैं, पर मन अंदर शोर पाई जा रहा है अपना। मेडिटेशन से कुछ नहीं होता। मेडिटेशन से समाधि से उठो, फिर बाहर जाके प्रॉब्लम शुरू हो जाती है। जंगल में चले जाओ तब भी हो जाती है। अपने कमरे में बंद कर लो, एयर कंडीशन लगा के चुप कर जाओ, सारी दुनिया से परे होके ऐसे बैठ जाओ, घाह में बैठ जाओ, पार्क में बैठ जाओ, जहाँ मर्जी बैठ जाओ। समाधि लाने के बाद समाधि उतरते ही मेरा मन अशांत फिर हो जाता है, क्योंकि समाधि लाते टाइम मैं जबरदस्ती रोक रोक के लिया ना, फिर हो जाता है। गुरमत कहती है मन ਜਿਹੜਾ ਸ਼ੋਰ ਪਾਉਂਦਾ ਨਾ, ਇਹਨੂੰ ਇਹ ਸੁਮਤ ਦੇ ਦੇ, ਇਹ ਸ਼ੋਰ ਨਾ ਪਾਇਆ ਕਰੇ ਤਾਂ ਸਤਿਗੁਰ ਦੀ ਮੱਤ ਦੀ ਤੂਤੀ ਵਜਾਇਆ ਕਰੇ। ਅਨਹਤਾ ਸ਼ਬਦ ਵਾਜੰਤ ਭੇਰੀ ਕਰਿਆ ਕਰੇ। ਉਹ ਭੇਰੀ ਉਹ ਬਿਗੁਲ ਵਜਾਇਆ ਕਰੇ, ਆਪਣੀ ਤੂਤੀ ਨਾ ਵਜਾਇਆ ਕਰੇ। जिस दिन ये सतगुर की मत लैंदा है, अपनी तूती छड्ड दिंदा है, उस दिन चला जाता है। 4 दिन अपनी नौबत चले बजाए, 4 दिन अपनी नौबत चले बजाए। इतनक खटिया गठिया मटिया, संग न कछ ले जाए। अपना कूड़ कबाड़ जिहड़ा इकट्ठी कीती सी ना मिट्टी, वो लैके जा नहीं सकता। जदों नूं सत समझ आंदा रब जी दे दर अंदर चला जाता है ते अपनी तूती वजाणी छड्ड दिंदा है। 4 दिन अपनी नौबत ਜਿਹੜੀ ਵਜਾ ਰਿਹਾ ਸੀ ਛੋੜ ਦਿੰਦਾ ਹੈ। ਇਹਨੂੰ ਧਰਤੀ ਪ੍ਰਾਪਤ ਹੋ ਗਈ। ਮਨ ਡੱਕੇ ਡੋਲ ਨਹੀਂ ਖਾਂਦਾ। ਸੁਣਿਆ ਧਰਤ ਧਵਲ, ਚਿੱਟਾ ਸਫੇਦ ਮੈਲ ਰਹਿਤ ਧਰਮ, ਮਨ ਦਾ ਆਧਾਰ ਇਸ ਨੂੰ ਪ੍ਰਾਪਤ ਹੋ ਗਿਆ। ਧਵਲ ਉਹਨੂੰ ਧੌਲ ਕਹਿੰਦੇ ਨੇ। ਮਨ ਪੂਰੀਆਂ 4 ਟੰਗਾਂ 'ਤੇ ਖੜਾ ਹੋ ਗਿਆ। 4 ਚੰਗੇ ਗੁਣਾਂ ਦੇ ਚੱਜ ਅਚਾਰ। ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗਰੀ ਵਾਲਾ ਬਣ ਗਿਆ। ਸੁਣਿਆ ਧਰਤ, ਤੇ ਜਿਹਨੂੰ ਧਰਤੀ ਪ੍ਰਾਪਤ ਹੋ ਜਾਏ ਉਹਨੂੰ ਆਕਾਸ਼ ਪ੍ਰਾਪਤ ਹੋ ਜਾਂਦਾ। ਸੁਣਿਆ ਧਰਤ ਧਵਲ ਆਕਾਸ਼। ਆਕਾਸ਼ ਦਾ ਮਤਲਬ ਉੱਚੀ ਮੱਤ, ਚੰਗੀ ਮੱਤ।
ਜਿਸ ਦੇ ਨਾਲ ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ ਸਮਝ ਆਉਂਦੀ ਹੈ। ਉੱਚੀ ਮੱਤ ਹੋ ਜਾਣਾ, ਉੱਚੇ ਚੜ੍ਹ ਕੇ ਦੇਖਣਾ, ਸਾਰੇ ਲੋਕੀ ਆਪਣੇ लगने, कोई बेगाना न लगना, ना को बैरी नहीं बेगाना, सगल संग हमको बनियाई। ये बड़ी अच्छी अवस्था है, पर ये उच्ची मत होनी चाहिए है। उच्ची मत तां होंदी है जे मन नीवा होए। मन नीवा, मत उच्ची अरदास विच मंगदे आ। सुरत मत मन बुद्ध घड़े जा रहे ने जपजी विच, किस दे? विरला बनन वाली तांग वाले मन दे। ਉਹਨੂੰ ਕਹਿੰਦੇ ਨੇ ਤੂੰ ਸੁਣਨ ਨਾਲ ਦੇਖ, ਤੈਨੂੰ ਸਿੱਧ ਪੀਰ ਸੁਰਨਾਥ ਤੇਰੀ ਧਰਤੀ ਪ੍ਰਾਪਤ ਹੁੰਦੀ ਹੈ, ਮਨ ਟਿਕਦਾ ਹੈ। ਬੱਚਾ ਪੜ੍ਹਦਾ ਨਹੀਂ ਹੈ, ਕਹਿੰਦੇ ਟਿਕਤਾ ਨਹੀਂ ਹੈ। ਟਿਕੇ ਬੈਠੇ ਸਮਝੇ ਮਾਂ ਕੋਲ ਬੈਠੇ, ਪਾਠ ਪੜ੍ਹੇ ਤਾਂ ਕੱਲ ਇਮਤਿਹਾਨ ਪਾਸ ਹੋ ਜਾਏਗਾ, ਟਿਕਤਾ ਨਹੀਂ ਹੈ। ਧਰਤੀ ਮਿਲ ਗਈ, ਟਿਕ ਗਿਆ। ਧਰਤ ਧਵਲ ਆਕਾਸ਼, ਉੱਚੀ ਸੁਰਤ ਮਤ ਮਨ ਬੁੱਧ ਵਾਲੀ ਮਤ ਬਣ ਗਈ, क्योंकि मन नीवा हो गया, नम्रता च आ गया, हम्बलनेस च आ गया। सुनाओ काइंडली, आखो ज्ञान खंड का आखो कर्म। सुनिया दीप लो पाताल। दीप की होंदा है? हनेरे च चानण करन वाला चिराग, नूर प्रकाश। ਜਦੋਂ अंदर दे चिराग दे नाल नूर मेरा पैदा होएगा ना, एक नूर ते सब जग उपजा, फिर मेरा नवा जग बनेगा। फिर इस सारे शरीर विच कुछ भी मंदा नहीं है, कोई भी मंदा ख्याल नहीं आंदा। जिहड़े मंदे ख्याल भी सन वो भी ये वैरी मित्र सब कीतियां बन जाते हैं। दीप प्राप्त हो गया। लो उत्थे चानण, पाताल मन की धरती हेठ उपजदे मंदे ख्यालों के बारे सोझी हो गई। पाताल हुण आकाश और पाताल, इसनूं लैके अगली पौड़ियां ते चलांगे ना, वो ते पाताला पाताल लख आगासां गास, बाहरली सृष्टि की गल करदियां करदियां हुण असीं अंदर आवांगे। मेरे अंदर भी देई मैं खंड मंडल पाताला हन, तां मैनूं मेरे मन दे ख्याल पाताल विच गुज्जे भैड़े ख्याल दे बारे समझ आ रही है। किनूं? जिनूं कूड़ियार तो सचियार बनना है। मन की धरती हेठ उपजदे मंदे ख्यालों की सोझी। सतगुर की मत के दीवे नाल नूर पैदा होंदा है, जिस नाल मन की धरती ते लो प्रकाश होण सार मंदे ख्यालों बारे पता लगता जाता है, तो सुधाई होंदी जाती है। तां ही सुधाई कर सकीदा जदों सुनीदा है। सुनिया धरतवल आकाश, सुनिया दीप लो पाताल। फायदा की होंदा? सुनिया पो ना सकै, आत्मक मौत नहीं आती है। वन नेवर डाइज। काल सताता ही नहीं है। काल होंदा डेफिशिएंसीज, काल होंदा आत्मक मंदे ख्याल, काल होंदा है मेरे मंदे ख्यालों दे नाल जिहड़ी मेरी अंतकाल मौत होंदी है। शरीरक मौत नहीं, मंदे ख्यालों नूं काल कहंदे ने। मंदे ख्यालों कारण मन रोज़ रोज़ मरदा है। मंदे ख्यालों के कारण जिहड़ा रोज़ रोज़ मरदा है, इहनूं अंतकाल कहंदे ने। उस वेले मेरे घर दे ਅਤੇ ਮੇਰੇ ਸਾਰੇ ਸਰੀਰ ਦੇ ਕੋਈ ਵੀ ਅੰਗ ਕੰਮ ਨਹੀਂ ਆਉਂਦੇ ਨੇ। ਤਾਂ ਹੀ ਕਹਿੰਦੇ ਨੇ ਤੇਰੇ ਘਰ ਦੇ ਵੋਟੀ ਬੱਚੇ ਅਤੇ ਤੇਰੇ ਆਪਣੇ ਖਿਆਲਾਂ ਦੇ ਵੋਟੀ ਬੱਚੇ ਕੋਈ ਕੰਮ ਨਹੀਂ ਆਣਗੇ। ਕਿਉਂ? ਅੰਤਕਾਲ ਸੰਗੀ ਨਾ ਕੋ। ਓਏ ਮੇਰੇ ਮਨ ਭੈੜੇ ਖਿਆਲਾਂ ਨਾਲ ਮਰ ਜਾਣਾ, ਰੱਬ ਜੀ ਦੇ ਦਰ ਅੰਦਰ ਨਹੀਂ ਜਾ ਸਕਦਾ, ਕੋਈ ਤੇਰਾ ਸਾਥ ਨਹੀਂ ਦੇ ਸਕਦਾ, ਤੇਰਾ ਸਰੀਰ ਵੀ ਤੇਰਾ ਸਾਥ ਨਹੀਂ ਦੇ ਸਕਦਾ। ਤੂੰ ਆਪਣੀ ਮੌਤ ਨਾ ਹੋਣ ਦਿਆ ਕਰ, ਆਤਮਕ ਸਦੀਵੀ ਜੀਵਨ ਲੱਭ। ਸੁਣਿਆ? पो न सकै काल, आत्मक मौत नहीं होंदी। पो का मतलब होंदा हुण छो ही नहीं सकते, जम डीमन थॉट नेड़े ही नहीं आती है, अपड़ नहीं सकते, छो नहीं सकते। फायदा की होंदा? नानक भगतां, ये वाली अवस्था जदों बन जाती है। भगतां का मतलब की होंदा है? किसी इंसान को नहीं बोल रहे। भगतां का मतलब होंदा है भगत अवस्था। भगत अवस्था होंदी है जदों मन निज घर अंतर आत्मे चों रब रूपी चंगे गुण रूपी अमृत रूपी दुध लैंदा है। प्योर ब्लड सारे अंगां नूं हार्ट जिवें दिंदा है, इस तरह मन जदों सारे इंद्रिय ज्ञान इंद्रिय नूं दुध अमृत वंडदा है, इस अवस्था नूं भगत कहंदे ने। तां ओह कहंदे ने रब दे चंगे चंगे गुण जिहड़ी सुणिया दी इस पौड़ी अंदर दसे, इन्हां दे नाल सदा विकास। नानक भगतां मीन्स इन गुणों से जीने के साथ सदा विकास रहता है, ऑलवेज हैप्पीनेस। नानक भगतां सदा विकास। फायदा क्या होंदा? सुनिया दुख
ਪਾਪ ਕਾ ਨਾਸ਼। ਮੰਦੇ ਜਿਹੜੇ ਖਿਆਲ ਆਉਂਦੇ ਸਨ ਪਾਪ ਅਤੇ ਦੁੱਖ, ਫਿਰ ਰੱਬ ਤੋਂ ਵਿਛੜਿਆ ਹੋਇਆ ਸੀ, ਖਤਮ, ਨਾਸ਼ ਹੋ ਗਿਆ, ਹਰਡਲ ਦੂਰ ਹੋ ਗਈ, ਕੂੜ ਦੀ ਪਾਲ ਦੂਰ ਹੋ ਗਈ। ਕਿਹਦੀ? ਜਿੰਨੇ ਪੁੱਛਿਆ ਸੀ।